ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ, ਆਪ ਵਡਭਾਗੇ ਹੋ ਜੋ ਹਰ ਰੋਜ਼ ਇਹਨਾਂ ਗੁਰਮਤਿ ਆਨਲਾਈਨ ਗੁਰਮਤਿ ਕਲਾਸਾਂ ਵਿੱਚ ਜੁੜ ਕੇ ਗੁਰਬਾਣੀ ਦਾ ਇਤਿਹਾਸ ਦਾ ਲਾਹਾ ਪ੍ਰਾਪਤ ਕਰਦੇ ਹੋ, ਆਪਣੇ ਜੀਵਨ ਨੂੰ ਸਵਾਰਨ ਦਾ ਯਤਨ ਕਰਦੇ ਹੋ। ਸੋ ਆਪ ਸਭ ਸੰਗਤ ਜੋ ਜੁੜ ਚੁੱਕੇ ਹੋ, ਸਭ ਦਾ ਧੰਨਵਾਦ। ਸਤਿਗੁਰਾਂ ਦੀ ਮਿਹਰਮਤ ਸਦਕਾ ਆਪਾਂ ਧੰਨ ਸਤਿਗੁਰੂ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਪਾਵਨ ਬਾਣੀ ਸ਼੍ਰੀ ਸੁਖਮਨੀ ਸਾਹਿਬ ਦੀ ਸੰਥਿਆ ਅਤੇ ਵਿਚਾਰ ਇਸ ਸ਼ਾਮ ਦੀ ਗੁਰਮਤਿ ਕਲਾਸ ਵਿੱਚ ਆਰੰਭ ਕੀਤੇ ਨੇ। ਸਤਿਗੁਰਾਂ ਦੀ ਬੜੀ ਦਇਆ ਹੋਈ ਆ, ਆਪਾਂ 6 ਅਸ਼ਟਪਦੀਆਂ ਸੰਥਿਆ ਅਤੇ ਵਿਚਾਰ ਸਮੇਤ ਸੰਪੂਰਨ ਕਰ ਲਈਆਂ। ਅੱਜ ਆਪਾਂ 7ਵੀਂ ਅਸ਼ਟਪਦੀ ਆਰੰਭ ਕਰਨੀ ਹੈ। 7ਵੀਂ ਅਸ਼ਟਪਦੀ ਦਾ ਸ਼ਲੋਕ ਆਪ ਜੀ ਦੀ ਸਕਰੀਨ ਉੱਪਰ ਹੈ। ਸੋ ਧੰਨ ਸਤਿਗੁਰੂ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਆਪਣੇ ਹਿਰਦੇ 'ਚ ਵਸਾਈਏ ਤੇ ਇਸ ਪਾਵਨ ਬਾਣੀ ਦਾ 7ਵੀਂ ਅਸ਼ਟਪਦੀ ਦੀ ਜੋ ਵਿਆਖਿਆ ਹੈ, 7ਵੀਂ ਅਸ਼ਟਪਦੀ ਦੀ ਜੋ ਸੰਥਿਆ ਹੈ, ਉਹ ਆਪਾਂ ਆਰੰਭ ਕਰੀਏ। ਸੋ ਧੰਨ ਸਤਿਗੁਰੂ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਆ। ਸ਼ਲੋਕ ਹੈ ਇਸ ਅਸ਼ਟਪਦੀ ਦੇ ਨਾਲ ਦਾ। ਅਗਮ ਅਗਾਧ ਪਾਰ ਬ੍ਰਹਮ ਸੋਏ, ਜੋ ਜੋ ਕਹੈ ਸੋ ਮੁਕਤਾ ਹੋਏ। ਸਤਿਗੁਰ ਕਹਿੰਦੇ ਆ ਕਿ ਉਹ ਪਰਮੇਸ਼ਰ ਜਿਹੜਾ ਹੈ ਅਗਮ ਹੈ, ਅਗਾਧ ਹੈ। ਅਗਮ ਭਾਵ ਉਹ ਪਰਮੇਸ਼ਰ ਅਪਹੁੰਚ ਹੈ, ਉਹਦੇ ਤੱਕ ਪਹੁੰਚ ਨਹੀਂ ਕਿਸੇ ਦੀ ਵੀ ਹੋ ਸਕਦੀ। ਅਪਹੁੰਚ ਅਗਾਧ ਦਾ ਅਰਥ ਹੁੰਦਾ ਹੈ ਡੂੰਘਾ, ਬੜਾ ਡੂੰਘਾ ਹੈ, ਉਹ ਬੜਾ ਡੂੰਘਾਈ ਵਿੱਚ ਹੈ ਉਹ ਪਰਮੇਸ਼ਰ ਅਕਾਲ ਪੁਰਖ। ਅਗਮ ਅਗਾਧ ਪਾਰ ਬ੍ਰਹਮ ਸੋਏ, ਤੇ ਉਹ ਪਾਰ ਬ੍ਰਹਮ ਹੈ, ਉਹਦਾ ਪਾਰਾਵਾਰ ਨਹੀਂ ਪਾਇਆ ਜਾ ਸਕਦਾ ਉਸ ਬ੍ਰਹਮ ਦਾ, ਉਸ ਪਰਮੇਸ਼ਰ ਦਾ। ਜੋ ਜੋ ਕਹੈ ਸੋ ਮੁਕਤਾ ਹੋਏ, ਜੋ ਵੀ ਮਨੁੱਖ ਉਸ ਪਰਮੇਸ਼ਰ ਦੇ ਗੁਣਾਂ ਨੂੰ ਕਹਿੰਦਾ ਹੈ ਉਹਨੂੰ ਮੁਕਤੀ ਪ੍ਰਾਪਤ ਹੁੰਦੀ ਹੈ, ਮੁਕਤ ਹੋ ਜਾਂਦਾ ਹੈ ਸੰਸਾਰ ਦੇ ਬੰਧਨਾਂ ਤੋਂ ਉਹ ਮਨੁੱਖ ਮੁਕਤ ਹੋ ਜਾਂਦਾ ਹੈ ਜਿਹੜਾ ਪਰਮੇਸ਼ਰ ਦੇ ਗੁਣ ਗਾਨ ਕਰਦਾ ਹੈ। ਜੋ ਜੋ ਕਹੈ, ਜਿਹੜਾ ਵੀ ਕਹਿੰਦਾ ਹੈ, ਕੋਈ ਵੀ ਹੋਵੇ, ਭਾਵੇਂ ਮਾੜੇ ਜੀਵਨ ਵਾਲਾ ਹੈ, ਭਾਵੇਂ ਉੱਚੇ ਜੀਵਨ ਵਾਲਾ ਹੈ, ਚੰਗਾ ਹੈ, ਮਾੜਾ ਹੈ, ਜਿਹੜਾ ਵੀ ਉਸ ਪਰਮੇਸ਼ਰ ਦੇ ਗੁਣਾਂ ਨੂੰ ਕਹਿੰਦਾ ਹੈ ਨਾ, ਉਹ ਮੁਕਤ ਹੋ ਜਾਂਦਾ ਹੈ। ਸੁਣ ਮੀਤਾ ਨਾਨਕ ਬਿਨਵੰਤਾ, ਸਾਧ ਜਨਾ ਕੀ ਅਚਰਜ ਕਥਾ। ਸੁਨ ਮੀਤਾ ਨਾਨਕ ਬਿਨਵੰਤਾ, ਸੁਨ ਮੀਤਾ, ਮੀਤਾ ਦਾ ਹੁੰਦਾ ਹੈ ਸੱਜਣ ਮਿੱਤਰ। ਨਾਨਕ ਬਿਨਵੰਤਾ, ਨਾਨਕ ਬਿਨਵੰਤਾ, ਨਾਨਕ ਤੇਰੇ ਅੱਗੇ ਬੇਨਤੀ ਕਰਦਾ ਹੈ। ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਆ ਕਿ ਹੇ ਮੇਰੇ ਮਿੱਤਰ ਪਿਆਰੇ, ਸੁਣ ਮੈਂ ਤੇਰੇ ਅੱਗੇ ਬੇਨਤੀ ਕਰਦਾ ਹਾਂ। ਸਾਧ ਜਨਾ ਕੀ ਅਚਰਜ ਕਥਾ, ਸਾਧ ਜਨਾ ਜਿਹੜੀ ਕਥਾ ਹੈ ਨਾ, ਜਿਹੜੇ ਗੁਰਮੁਖ ਪਿਆਰੇ ਹਨ, ਜਿਹੜੇ ਸਾਧ ਸੰਗੀ ਹਨ, ਜਿਹੜੇ ਸੰਗਤ ਵਿੱਚ ਬੈਠਦੇ ਆ, ਜਿਨ੍ਹਾਂ ਨੇ ਆਪਣੇ ਮਨ ਨੂੰ ਸਾਧਿਆ ਹੋਇਆ। ਸਾਧ ਦਾ ਅਰਥ ਹੁੰਦਾ ਜਿਹਨੇ ਆਪਣੇ ਮਨ ਨੂੰ ਇੱਕ ਨਿਸ਼ਾਨਾ ਦਿੱਤਾ ਹੁੰਦਾ, ਸਾਧਿਆ ਹੋਇਆ ਹੁੰਦਾ ਜਿਹਨੇ ਆਪਣੇ ਮਨ ਨੂੰ, ਉਹਨੂੰ ਸਾਧ ਕਿਹਾ ਜਾਂਦਾ। ਇਹ ਨਹੀਂ ਜਿਹੜਾ ਵਿਕਾਰਾਂ ਦੇ ਵਿੱਚ ਲੱਗਾ ਤੇ ਉਹਨੂੰ ਆਪਾਂ ਸਾਧ ਕਵਾਂਗੇ, ਜਿਹੜਾ ਸਿਰਫ ਮਾਇਆ ਦੇ ਪਿੱਛੇ ਭੱਜਦਾ ਉਹ ਸਾਧ ਨਹੀਂ। ਜਿਹਨੇ ਸੱਚੀ ਆਪਣੇ ਮਨ ਨੂੰ ਸਾਧਿਆ ਹੋਇਆ, ਜਿਹੜੇ ਸਾਧ ਸੰਗਤ ਦੇ ਵਿੱਚ ਬੈਠਦੇ ਆ, ਸਾਧਿਆ ਜਿਹਨੇ ਆਪਣੇ ਮਨ ਨੂੰ, ਜਿੱਥੇ ਸਾਧ ਜਨ ਬੈਠਦੇ ਉਹ ਸੰਗਤ, ਉਹਨਾਂ ਦੀ, ਉਹਨਾਂ ਜਨਾਂ ਦੀ ਅਚਰਜ ਕਥਾ। ਇੱਥੇ ਅਚਰਜ ਸ਼ਬਦ ਹੈ, ਇਹਨੂੰ ਅਚਰਜ ਵੀ ਪੜ੍ਹ ਦਿੰਦੇ ਆ ਤੇ ਅਚਰਜ, ਇਹ ਦੋ ਤਰ੍ਹਾਂ ਦਾ ਪਾਠ ਜਿਹੜਾ ਕੀਤਾ ਜਾਂਦਾ ਹੈ। ਕੁਝ ਇਹਨੂੰ ਅਚਰਜ ਪੜ੍ਹਦੇ ਆ, ਕੁਝ ਅਚਰਜ ਪੜ੍ਹਦੇ ਆ, ਪਰ ਜਿੱਥੋਂ ਤੱਕ ਦਾਸ ਥੋੜ੍ਹੀ ਜਿਹੀ ਬੇਨਤੀ ਕਰੇਗਾ, ਅਚਰਜ ਸ਼ਬਦ ਜੋ ਮੇਰੇ ਅਨੁਸਾਰ ਜਿਹੜਾ ਉਹ ਸਹੀ ਹੈ। ਅਚਰਜ, ਅਸਚਰਜ ਤੋਂ ਸ਼ਬਦ ਅਚਰਜ ਬਣਿਆ, ਅਚਰਜ ਐੜਾ ਮੁਕਤਾਰ ਕਰਕੇ ਨਾ, ਅਚਰਜ ਭਾਵ ਅਸਚਰਜ, ਜਿਹਦੇ ਬਾਰੇ ਅਸਚਰਜਤਾ ਜਦੋਂ ਮਨ ਚ ਆਉਂਦੀ ਹੈ ਨਾ, ਅਸਚਰਜਤਾ ਵਿਸਮਾਦ ਸ਼ਬਦ ਜਿਹਨੂੰ ਕਿਹਾ ਜਾਂਦਾ, ਅਸਚਰਜ ਚੀਜ਼ ਜਿਹੜੀ ਕਹੀ ਨਹੀਂ ਜਾ ਸਕਦੀ। ਸਾਧ ਜਨਾਂ ਕੀ ਅਚਰਜ ਕਥਾ, ਐੜਾ ਨਾਲ ਅਗੀਤਰ ਲੱਗਾ ਹੋਇਆ, ਚਰਜ ਅਚਰਜ ਜਿਹੜੀ ਕਥੀ ਨਾ ਜਾ ਸਕੇ। ਉਹਨਾਂ ਪਰਮੇਸ਼ਰ ਦੇ ਪਿਆਰਿਆਂ ਦੀ ਜਿਹੜੀ ਕਥਾ ਹੈ ਉਹ ਅਚਰਜ ਹੈ। ਉਹਨਾਂ ਪਿਆਰਿਆਂ ਦੀ ਜਿਹੜੇ ਸਾਧ ਜਨ ਹਨ, ਜਿਹੜੇ ਸਾਧ ਸੰਗੀ ਹਨ, ਜਿਹੜੇ ਸੰਗਤ ਵਿੱਚ ਬੈਠਦੇ ਹਨ, ਉਹਨਾਂ ਦੀ ਅਚਰਜ ਕਥਾ ਹੈ। ਤੇ ਭਾਈ ਮੀਤਾ
ਇਹ ਮਿੱਤਰ ਪਿਆਰੇ तेरे अगे मैं बेनती करदा है ते तेनू मैं उन्हां साध जिन्हां की अचरज कथा दसदा है जिस कथा दे सुनने नाल उन्हां दी कथा सुनने नाल तेनू ज्ञान हो जाएगा कि परमेश्वर जिहड़ा अगम अगाध पार ब्रह्म है ते वो सारे नू मुक्त करदा है ते मैं भी मुक्त होना है जे तू उन्हां सत संगियां दी उन्हां साध जिन्हां दी संगत च पै जावें ते तेरी भी मुक्ति जिहड़ी आ वो अवश्य है तेरी भी मुक्ति होवेगी। अष्टपदी साध कै संग मुख उज्जल होत साध कै संग मुख उज्जल होत ਜਿਹੜਾ ਮਨੁੱਖ ਸਾਧੂਆਂ ਦੀ ਸੰਗਤ ਕਰਦਾ ਹੈ ਜਿਹੜਾ ਸਾਧ ਸੰਗ ਕਰਦਾ ਹੈ ਸਤ ਸੰਗਤ ਦੇ ਵਿੱਚ ਜਾ ਕੇ ਬੈਠਦਾ ਹੈ ਜਿਹੜੇ ਜੁੜੇ ਹੋਇਆਂ ਦੀ ਸੰਗਤ ਦੇ ਵਿੱਚ ਬੈਠਦਾ ਹੈ ਜਿਹੜਾ ਗੁਰਮੁਖਾਂ ਪਿਆਰਿਆਂ ਦੀ ਸੰਗਤ 'ਚ ਬੈਠਦਾ ਹੈ ਉਹਨਾਂ ਦਾ ਮੁਖ ਉਜਲਾ ਹੋ ਜਾਂਦਾ ਹੈ ਉਹਨਾਂ ਦਾ ਮੂੰਹ ਨਿਰਮਲ ਹੋ ਜਾਂਦਾ ਜਿਹੜਾ ਉੱਥੇ ਬੈਠਦਾ ਹੈ ਸਤ ਸੰਗਤ ਦੇ ਵਿੱਚ। ਸਾਧ ਸੰਗਤ ਜਿਹੜੀ ਸਤ ਸੰਗਤ ਹੁੰਦੀ ਹੈ ਨਾ ਉਹਦੇ ਵਿੱਚ ਸਿਰਫ ਪਰਮੇਸ਼ਰ ਦਾ ਹੀ ਗੁਣਗਾਨ ਹੁੰਦਾ। ਅੱਜ ਸਤ ਸੰਗਤ ਰਹਿ ਨਹੀਂ ਗਈ, ਅਸੀਂ ਹੋਰ ਹੀ ਗੱਲਾਂ ਦੇ ਵਿੱਚ ਲੱਗ ਗਏ ਹਾਂ। ਅਸੀਂ ਉਹਨਾਂ ਨੂੰ ਸੁਣਦੇ ਆ, ਉਹਨਾਂ ਦੇ ਕੋਲ ਬੈਠਦੇ ਆ ਜਿਹੜੇ ਸਿਰਫ ਇੱਕ ਦੂਜੇ ਦੀ ਨਿੰਦਿਆ ਹੀ ਕਰਦੇ, ਜਿਹੜੇ ਪਰਮੇਸ਼ਰ ਦਾ ਗੁਣਗਾਨ ਨਹੀਂ ਕਰਦੇ। ਨਿੰਦਿਆ ਕਰਨ ਵਾਲਿਆਂ ਦੀ ਜਿੱਥੇ ਭੀੜ ਹੁੰਦੀ ਹੈ ਨਾ ਉੱਥੇ ਵੱਧ ਲੋਕ ਬੈਠਦੇ, ਪਰ ਜਿਹੜੇ ਸਤ ਸੰਗੀ ਹੁੰਦੇ ਉਹ ਗਿਣਤੀ 'ਚ ਥੋੜ੍ਹੇ ਹੁੰਦੇ। ਇਸ ਕਰਕੇ ਜਿਹੜੇ ਜੁੜੇ ਹੋਏ ਹੁੰਦੇ ਆ ਉਹ ਕੋਈ ਵਿਰਲੇ ਹੁੰਦੇ ਆ, ਥੋੜ੍ਹੇ ਹੁੰਦੇ ਆ। ਜਿਹੜੇ ਵਾਧੂ ਦੀਆਂ ਗੱਲਾਂ ਸੁਣਾਉਣ ਵਾਲੇ ਤੇ ਸੁਣਨ ਵਾਲੇ ਉਹ ਤੇ ਹਰ ਜਗ੍ਹਾ ਮਿਲ ਹੀ ਜਾਂਦੇ। ਜਿਹਦੇ ਚਾਰ ਸਰੀਰ ਬੈਠੇ ਹੋਣੇ ਇਹ ਨਹੀਂ ਸਮਝ ਲੈਣਾ ਕਿ ਸਾਧ ਸੰਗਤ ਹੈ। ਸਾਧ ਸੰਗਤ ਅਸਲ ਵਿੱਚ ਉਹੀ ਹੁੰਦੀ ਆ ਜਿੱਥੇ ਪਰਮੇਸ਼ਰ ਦਾ ਨਾਮ ਵਰਤਦਾ ਹੈ, ਉਸ ਜਗ੍ਹਾ ਨੂੰ ਸਾਧ ਸੰਗਤ ਕਿਹਾ ਜਾਂਦਾ ਹੈ। ਉਸ ਜਗ੍ਹਾ ਨੂੰ ਸਾਧ ਸੰਗਤ ਕਿਹਾ ਜਾਂਦਾ ਹੈ ਜਿਸ ਜਗ੍ਹਾ ਦੇ ਉੱਤੇ ਸਿਰਫ ਪਰਮੇਸ਼ਰ ਦੇ ਗੁਣਗਾਨ, ਗੁਰੂ ਦੇ ਗੁਣਗਾਨ ਹੁੰਦੇ ਹੋਣ। ਇਹ ਨਹੀਂ ਕਿ ਕੋਈ ਕਿਸੇ ਦੀ ਨਿੰਦਿਆ ਚੁਗੀ ਜਿੱਥੇ ਕਰ ਰਿਹਾ, ਕੋਈ ਕਿਸੇ ਨੂੰ ਮਾੜਾ ਬੋਲ ਰਿਹਾ, ਉਹ ਸਤ ਸੰਗਤ ਹੈ ਨਹੀਂ, ਉਹਨੂੰ ਸਾਧ ਸੰਗਤ ਨਹੀਂ ਕਿਹਾ ਜਾ ਸਕਦਾ। ਸਾਧ ਸੰਗਤ ਉਹ ਹੈ ਜਿੱਥੇ ਪਰਮੇਸ਼ਰ ਦੇ ਵਾਹਿਗੁਰੂ ਦੇ ਗੁਣਗਾਨ ਹੁੰਦੇ ਹੋ, ਉਹਨੂੰ ਸਾਧ ਸੰਗਤ ਕਿਹਾ ਜਾਂਦਾ। ਸਾਧ ਕੇ ਸੰਗ ਮੁਖ ਉਜਲ ਹੋ, ਮਹਾਰਾਜ ਕਹਿੰਦੇ ਆ ਭਾਈ ਉਸ ਮਨੁੱਖ ਦਾ ਮੁੱਖ ਮੂੰਹ ਉਜਲ ਨਿਰਮਲ ਹੋ ਜਾਂਦਾ ਹੈ ਜਿਹੜਾ ਸਾਧੂਆਂ ਦੀ ਸੰਗਤ ਕਰਦਾ। ਸਾਧ ਕੈ ਸੰਗ ਸਾਧ ਸੰਗ ਮਲ ਸਗਲੀ ਕੋਤ, ਸਾਧ ਕੈ ਸੰਗ ਸਾਧ ਸੰਗ ਸਾਧੂ ਕੈ ਸੰਗ, ਇਸ ਤਰ੍ਹਾਂ ਸ਼ਬਦ ਆਉਣਗੇ। ਸੋ ਇਹਨਾਂ ਦਾ ਭਾਵ ਇੱਕ ਹੀ ਹੈ, ਸਾਧ ਸੰਗ ਮਲ ਸਗਲੀ ਖੋਤ। ਸਾਧ ਸੰਗਤ ਦੇ ਵਿੱਚ, ਸਾਧੂਆਂ ਦੀ ਸੰਗਤ ਦੇ ਵਿੱਚ ਮਿਲਣ ਦੇ ਨਾਲ ਪਾਪਾ ਰੂਪੀ ਜਿਹੜੀ ਮਲ ਹੈ ਨਾ ਉਹ ਧੋਤੀ ਜਾਂਦੀ ਹੈ। ਖੋਤ ਦਾ ਅਰਥ ਹੈ ਧੋਤੀ ਜਾਂਦੀ, ਖੋਈ ਜਾਂਦੀ, ਖਤਮ ਹੋ ਜਾਂਦੀ ਸਾਧ ਸੰਗਤ। ਜੇ ਕਿ ਮਨੁੱਖ ਵਿਕਾਰਾਂ ਦੇ ਨਾਲ ਉਹਦਾ ਮਨ ਮੈਲਾ ਹੋਇਆ ਪਿਆ ਹੈ ਤੇ ਜੇ ਉਹ ਸੰਗਤ ਕਰਨ ਲੱਗ ਪਵੇ ਤੇ ਦਿਨਾਂ ਦੇ ਵਿੱਚ ਹੀ ਉਹਦੇ ਅੰਦਰਲੀ ਜਿਹੜੀ ਹੁੰਦੀ ਹੈ ਨਾ ਮੈਲ ਉਹ ਧੁੱਪਣ ਲੱਗ ਜਾਂਦੀ ਹੈ। ਫਿਰ ਉਹਨੂੰ ਸੱਚੀ ਪਤਾ ਲੱਗਣ ਲੱਗ ਜਾਂਦਾ ਕਿ ਹਾਂ ਮੈਂ ਅੱਗੇ ਨਾਲੋਂ ਆਪਣੇ ਆਪ ਨੂੰ ਹੌਲਾ ਜਿਹਾ ਮਹਿਸੂਸ ਕਰਦਾ। ਹੁੰਦੇ ਕਈ ਮਨੁੱਖ ਜਿਨ੍ਹਾਂ ਨੇ ਜੀਵਨ 'ਚ ਵਿਕਾਰ ਹੀ ਕਮਾਏ ਹੁੰਦੇ ਆ, ਪਰ ਜੋ ਸ਼ਰਧਾ ਧਾਰ ਕੇ ਤਾਂ ਗੁਰੂਦੁਆਰੇ ਆਉਂਦੇ ਆ, ਕੀਰਤਨ ਸੁਣਦੇ, ਕਥਾ ਸੁਣਦੇ ਆ ਜਾਂ ਕਿਸੇ ਗੁਰਮੁਖ ਪਿਆਰੇ ਦੀ ਸੰਗਤ 'ਚ ਬਹਿਣਾ ਸ਼ੁਰੂ ਕਰਦੇ ਆ, ਫਿਰ ਉਹਨੂੰ ਆਪਣੇ ਆਪ ਨੂੰ ਇਹ ਪ੍ਰਤੀਤ ਹੋਣ ਲੱਗ ਜਾਂਦਾ ਕਿ ਅਸੀਂ ਵਾਕਈ ਹੌਲੇ ਜਿਹੇ ਮਹਿਸੂਸ ਕਰ ਲੈਂਦੇ। ਮਨ ਤੋਂ ਚਿੰਤਾਵਾਂ ਦੇ ਭਾਰ ਜਿਹੜੇ ਉਤਰ ਲੱਗ ਪਏ, ਮਲ ਜਿਹੜੀ ਆ ਖੋਤ ਭਾਵ ਖੋਈ ਜਾਂਦੀ ਹੈ, ਖਤਮ ਹੋਣ ਲੱਗ ਪਈ ਹੈ ਮਨ ਤੋਂ ਮੈਲ। ਸਾਧ ਸੰਗ ਮਲ ਸਗਲੀ ਕੋ, ਸਾਧ ਕੈ ਸੰਗ ਮਿਟੈ ਅਭਿਮਾਨ, ਸਾਧ ਕੈ ਸੰਗ ਪ੍ਰਗਟੈ ਸੁਗਿਆਨ। ਸਾਧ ਕੇ ਸੰਗ ਮਿਟੈ ਅਭਿਮਾਨ, ਸਾਧ ਸੰਗਤ ਦੇ ਵਿੱਚ ਜਾਣ ਦੇ ਨਾਲ ਜਿਹੜਾ ਮਨ ਦਾ, ਦੇਹ ਦਾ ਅਭਿਮਾਨ ਹੁੰਦਾ ਨਾ, ਉਹ ਹੰਕਾਰ ਹੁੰਦਾ, ਉਹ ਮਿਟ ਜਾਂਦਾ ਹੈ। ਜਿਹੜਾ ਮਨੁੱਖ ਕਹਿੰਦਾ ਨੇ ਕਿ ਮੈਂ ਸਭ ਤੋਂ ਚੰਗਾ ਮਨੁੱਖ ਹਾਂ, ਮੇਰੇ ਵਰਗਾ ਦੁਨੀਆ ਤੇ ਹੋਰ ਕੋਈ ਹੈ ਹੀ ਨਹੀਂ, ਮੇਰੀ ਦੇਹ ਸਭ ਤੋਂ ਚੰਗੀ ਹੈ, ਮੈਂ ਬੜਾ ਰਿਸ਼ਟ ਪੁਸ਼ਟ ਹਾਂ, ਸਹੀ ਕਈ ਤਰ੍ਹਾਂ ਦਾ ਅਭਿਮਾਨ ਹੁੰਦਾ ਮਨੁੱਖ ਨੂੰ। ਕਿਸੇ ਨੂੰ ਧਨ ਦੌਲਤ ਦਾ ਹੁੰਦਾ, ਮੇਰੇ ਕੋਲ ਧਨ ਦੌਲਤ ਬਹੁਤ ਹੈ, ਕਈ ਤਰ੍ਹਾਂ ਦਾ ਮਨੁੱਖ ਨੂੰ ਅਭਿਮਾਨ ਹੁੰਦਾ। ਪਰ ਜੋ ਸਤ ਸੰਗਤ ਕਰਦਾ ਹੈ, ਸਤ ਸੰਗਤ ਦੇ ਵਿੱਚ ਜਦੋਂ ਜਾਂਦਾ ਹੈ ਤੇ ਫਿਰ ਉਹਦਾ ਅਗਿਆਨ ਜਿਹੜਾ ਮਿਟ ਜਾਂਦਾ, ਹੰਕਾਰ ਮਿਟ ਜਾਂਦਾ। ਸਾਧ ਕੇ ਸੰਗ ਮਿਟੇ ਅਭਿਮਾਨ, ਅਭਿਮਾਨ ਜਿਹੜਾ ਉਹ ਖਤਮ ਹੋ ਜਾਂਦਾ। ਜਿਹੜਾ ਆਪੇ ਦਾ ਅਭਿਮਾਨ ਹੁੰਦਾ ਨਾ ਕਿ ਮੈਂ ਹੀ ਸਾਰਾ ਕੁਛ ਹਾਂ, ਜੇ ਮੈਂ ਨਾ ਹੋਵਾਂ ਤੇ ਇਹ ਨਾ ਹੋਵੇ, ਜੇ ਮੈਂ ਨਾ ਹੋਵੇ ਤੇ ਕੁਛ ਨਾ ਹੋਵੇ। ਮਹਾਰਾਜ ਕਹਿੰਦੇ ਉਹ ਸਾਰਾ ਕੁਛ ਖਤਮ ਹੋ ਜਾਂਦਾ ਹੈ ਜਦੋਂ ਮਨੁੱਖ ਸਾਧ ਸੰਗਤ ਦੇ ਵਿੱਚ ਜਾਂਦਾ ਹੈ। ਸਾਧ ਕੈ ਸੰਗ ਪ੍ਰਗਟੈ ਸੁਗਿਆਨ, ਫਿਰ ਉਹਦੇ ਹਿਰਦੇ ਦੇ ਅੰਦਰ ਸ੍ਰੇਸ਼ਟ ਗਿਆਨ ਜਿਹੜਾ ਉਜੜ ਹੋ ਜਾਂਦਾ। ਸੁਗਿਆਨ ਪ੍ਰਗਟ ਹੋ ਜਾਂਦਾ, ਅਸਲੀ ਗਿਆਨ ਪਰਮੇਸ਼ਰ ਦਾ ਉਹਦੇ ਅੰਦਰ ਪ੍ਰਗਟ ਹੁੰਦਾ ਜਿਹੜਾ ਸਾਧ ਸੰਗਤ ਕਰਦਾ। ਜਿਹੜਾ ਸਾਧ ਸੰਗਤ ਦੇ ਵਿੱਚ ਚੱਲ ਕੇ ਜਾਂਦਾ ਉਹਦਾ
ਜਿਹੜਾ ਗਿਆਨ ਇਹਨੂੰ ਪ੍ਰਾਪਤ ਹੁੰਦਾ, ਸ੍ਰੇਸ਼ਟ ਗਿਆਨ, ਉੱਤਮ ਗਿਆਨ ਇਹਨੂੰ ਪ੍ਰਾਪਤ ਹੁੰਦਾ ਜਿਹੜਾ ਸਾਧ ਸੰਗਤ ਜਾਂਦਾ। ਦੁਨਿਆਵੀ ਗਿਆਨ ਨਹੀਂ, ਪਰਮੇਸ਼ਰ ਦਾ ਗਿਆਨ ਉਹਨੂੰ ਪ੍ਰਾਪਤ ਹੁੰਦਾ ਸਾਧ ਦੀ ਸੰਗਤ ਵਿੱਚ। ਸਾਧ ਕੈ ਸੰਗ ਬੁਝੈ ਪ੍ਰਭ ਨੇਰਾ, ਸਾਧ ਸੰਗ ਸਭ ਹੋਤ ਨਿਬੇਰਾ। ਸਾਧ ਕੇ ਸੰਗ ਬੁਝੈ ਪ੍ਰਭ ਨੇਰਾ, ਇਹਨੂੰ ਸ਼ਬਦ ਨੂੰ ਬੁਝਿਆ ਪੜ੍ਹਨਾ। ਸਾਧ ਕੈ ਸੰਗ, ਪਰਮੇਸ਼ਰ ਦੇ ਪਿਆਰਿਆਂ ਦੇ ਸੰਗ ਕਰਨ ਦੇ ਨਾਲ, ਉਹਨਾਂ ਦੇ ਕੋਲ ਬੈਠਣ ਦੇ ਨਾਲ, ਬੁਝੈ ਪ੍ਰਭ ਨੇਰਾ, ਪਰਮੇਸ਼ਰ ਜਿਹੜਾ ਉਹ ਨੇੜੇ ਦਿਖਣ ਲੱਗ ਪੈਂਦਾ। ਮਨੁੱਖ ਬੁੱਝ ਲੈਂਦਾ ਪਰਮੇਸ਼ਰ ਨੂੰ ਨੇੜੇ। ਜਿਹੜਾ ਕਹਿੰਦਾ ਸੀ ਨਾ ਪਰਮੇਸ਼ਰ ਕਿੱਥੇ ਆ, ਦਿਖਾਓ ਮੈਨੂੰ, ਪਰਮੇਸ਼ਰ ਦਿਖਦਾ ਹੀ ਨਹੀਂ। ਜੇ ਪਰਮੇਸ਼ਰ ਦਿਖਦਾ ਹੁੰਦਾ ਤੇ ਸਾਰੇ ਉਹਨੂੰ ਯਾਦ ਕਰਦੇ, ਪਰਮੇਸ਼ਰ ਤੇ ਦਿਖਦਾ ਨਹੀਂ, ਇਹ ਝੂਠ ਬੋਲਦੇ ਆ। ਪਰ ਜੇ ਕਿਤੇ ਉਹ ਵੀ ਮਨੁੱਖ ਸਾਧੂਆਂ ਦੀ ਸੰਗਤ ਕਰ ਲੱਗ ਪਏ, ਫਿਰ ਉਹਨੂੰ ਵੀ ਦਿਖਣ ਲੱਗ ਪੈਂਦਾ। ਕਹੋ ਕਬੀਰ ਹਾਥ ਪੈ ਨੇੜੇ, ਫਿਰ ਉਹਨੂੰ ਵੀ ਨੇੜੇ ਦਿਖਣ ਲੱਗ ਪੈਂਦਾ ਕਿ ਪ੍ਰਭੂ ਮੇਰੇ ਹੱਥ ਤੋਂ ਵੀ ਨੇੜੇ ਆ। ਇੰਨਾ ਨੇੜੇ ਪਰਮੇਸ਼ਰ ਦਿਖਣ ਲੱਗ ਪੈਂਦਾ ਜਿਹੜਾ ਸੰਗਤ ਕਰਦਾ। ਇੰਨੀ ਮਹਾਨਤਾ ਹੈ ਸਾਧ ਸੰਗਤ ਦੀ। ਸਾਧ ਕੈ ਸੰਗ, ਸਾਧ ਕੈ ਸੰਗ ਬੁਝੈ ਪ੍ਰਭ ਨੇਰਾ, ਪਰਮੇਸ਼ਰ ਨੂੰ ਨੇੜੇ ਕਰਕੇ ਮਨੁੱਖ ਜਾਣਨ ਲੱਗ ਜਾਂਦਾ ਜਿਹੜਾ ਸਤ ਸੰਗਤ ਕਰਦਾ। ਸਾਧ ਸੰਗ ਸਭ ਹੋਤ ਨਿਬੇਰਾ, ਸਾਧ ਸੰਗ ਸਭ ਹੋਤ ਨਿਬੇਰਾ। ਸਾਧ ਸੰਗਤ ਦੇ ਵਿੱਚ ਆਉਣ ਦੇ ਨਾਲ ਨਾ ਜਿਹੜਾ ਜਨਮਾਂ ਜਨਮਾਂਤਰਾਂ ਦੇ ਕਰਮ ਕੀਤੇ ਹੁੰਦੇ ਨਾ ਮਨੁੱਖ ਨੇ, ਮਾੜੇ ਚੰਗੇ ਪੁੰਨ ਪਾਪ, ਇਹ ਸਾਰਿਆਂ ਦਾ ਨਿਬੇੜਾ ਹੋ ਜਾਂਦਾ। ਸੰਗਤ ਦੇ ਵਿੱਚ ਹੀ ਨਿਬੇੜਾ ਹੋ ਜਾਂਦਾ। ਜਿਹੜੇ ਮਨੁੱਖ ਸਾਧ ਸੰਗਤ ਕਰਦੇ ਆ, ਸਤ ਸੰਗਤ ਚਾਹੁੰਦੇ ਆ ਚੱਲ ਕੇ, ਉਹਨਾਂ ਦੇ ਕਰਮਾਂ ਦਾ ਨਿਬੇੜਾ ਵੀ ਇੱਦਾਂ ਹੀ ਹੋ ਜਾਂਦਾ ਹੈ। ਉਹਨਾਂ ਨੂੰ ਕਿਸੇ ਵਿਸ਼ੇਸ਼ ਨਰਕਾਂ ਜਾਂ ਸਵਰਗਾਂ 'ਚ ਜਾਣ ਦੀ ਲੋੜ ਨਹੀਂ ਪੈਂਦੀ। ਉਹ ਪਰਮੇਸ਼ਰ ਉਹਨਾਂ ਦੇ ਇਸੇ ਤਰ੍ਹਾਂ ਹੀ ਸੂਲੀ ਦੀ ਸਜ਼ਾ ਨੂੰ ਸੂਲ ਦੇ ਵਿੱਚ ਹੀ ਭੁਗਤਾ ਦਿੰਦਾ ਹੈ। ਐਸਾ ਪਰਮੇਸ਼ਰ ਕਿਰਪਾ ਕਰਦਾ ਹੈ। ਇੱਕ ਸਾਖੀ ਆਉਂਦੀ ਹੈ ਨਾ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਕੋਲ ਭਾਈ ਡੱਲੇ ਨੇ ਬੇਨਤੀ ਕੀਤੀ, ਮਹਾਰਾਜ ਪੀੜੀ ਜਿੰਨੀ ਥਾਂ ਦੇ ਦਿਓ। ਮਹਾਰਾਜ ਕਹਿੰਦੇ ਭਾਈ ਪੀੜੀ ਜਿੰਨੀ ਥਾਂ ਨਹੀਂ ਤੈਨੂੰ ਮਿਲਣੀ, ਹੋਰ ਧਨ ਦੌਲਤ ਜਿੰਨਾ ਮਰਜ਼ੀ ਮੰਗ ਲਾ। ਤੇ ਕਹਿੰਦਾ ਮਹਾਰਾਜ ਮੈਂ ਤੇ ਪੀੜੀ ਜਿੰਨੀ ਥਾਂ ਚਾਹੁੰਦਾ ਹੈ ਦਰਗਾਹ ਦੇ ਵਿੱਚ। ਮਹਾਰਾਜ ਕਹਿੰਦੇ ਭਾਈ ਅੰਮ੍ਰਿਤ ਛਕਣਾ ਪੈਣਾ ਤੈਨੂੰ। ਕਹਿੰਦਾ ਮਹਾਰਾਜ ਚਲੋ ਠੀਕ ਹੈ ਅੰਮ੍ਰਿਤ ਛਕ ਲੈਂਦੇ ਹਾਂ। ਪਰਿਵਾਰ ਸਮੇਤ ਅੰਮ੍ਰਿਤ ਛਕਿਆ। ਕਹਿੰਦੇ ਰਾਤ ਸੁੱਤਾ ਹੈ ਤੇ ਰਾਤ ਕਈ ਤਰ੍ਹਾਂ ਦੇ, ਕਿਤੇ ਕਿਤੇ ਬਾਂਦਰ ਬਣ ਜਾਂਦਾ ਹੈ ਸੁਪਨੇ ਦੇ ਵਿੱਚ, ਕਿਤੇ ਕੋਈ ਜਾਨਵਰ ਬਣਦਾ, ਤਰ੍ਹਾਂ ਤਰ੍ਹਾਂ ਦੇ ਜਾਨਵਰ ਬਣਦਾ ਹੈ। ਤੇ ਬਣਦਾ ਤੇ ਜਦੋਂ ਸਵੇਰੇ ਉੱਠਦਾ ਇੱਕਦਮ ਅੱਖ ਖੁੱਲ੍ਹਦੀ ਹੈ, ਤੇ ਅੱਖ ਖੁੱਲ੍ਹਦੀ ਤੇ ਭੱਜਾ ਆਉਂਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਕੋ ਭਾਈ ਡੱਲਾ। ਕਹਿੰਦਾ ਮਹਾਰਾਜ ਸੱਚੇ ਪਾਤਸ਼ਾਹ ਰਾਤ ਸੁਪਨਾ ਬੜਾ ਭੈੜਾ ਆਏ ਆ। ਕਹਿੰਦੇ ਮਹਾਰਾਜ ਕਹਿੰਦੇ ਕੀ ਸੁਪਨਾ ਆਇਆ? ਕਹਿੰਦੇ ਜੀ ਕਿਤੇ ਮੈਂ ਬਾਂਦਰ ਬਣਿਆ, ਕਿਤੇ ਕੋਈ ਜਾਨਵਰ ਬਣਿਆ, ਕਿਤੇ ਕੁਛ ਬਣਿਆ ਮਹਾਰਾਜ, ਬੜੇ ਸੁਪਨੇ ਐਸੇ ਆਏ। ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਹਾ ਭਾਈ ਡੱਲਿਆ ਤੂੰ ਨਾ ਜਿਹੜਾ ਅੰਮ੍ਰਿਤ ਛਕਿਆ ਨਾ, ਉਸ ਛਕੇ ਹੋਏ ਅੰਮ੍ਰਿਤ ਨੇ ਤੇਰਾ ਜਿਹੜਾ ਨਿਬੇੜਾ ਹੈ ਨਾ, ਨਿਬੇੜਾ ਉਹ ਇੱਥੇ ਹੀ ਕਰਤਾ। ਤੇਰੇ ਸੁਪਨੇ ਦੇ ਵਿੱਚ ਹੀ ਤੇਰੇ ਜਿਹੜੇ ਜਨਮ ਸਨ ਨਾ ਆਉਣ ਵਾਲੇ, ਜਿਹੜੇ ਕਰਮਾਂ ਦੇ ਕਰਕੇ ਤੈਨੂੰ ਜਨਮ ਮਿਲਣੇ ਸਨ, ਉਹਦਾ ਨਿਬੇੜਾ ਜਿਹੜਾ ਤੇਰੇ ਸੁਪਨੇ ਦੇ ਵਿੱਚ ਹੀ ਕਰਤਾ। ਹੁਣ ਤੈਨੂੰ ਕੋਈ ਕਿਸੇ ਤਰ੍ਹਾਂ ਦਾ ਹੋਰ ਜਨਮ ਭੋਗਣ ਦੀ ਤੈਨੂੰ ਲੋੜ ਨਹੀਂ ਪੈਣੀ। ਸਾਧ ਸੰਗ ਸਭ ਹੋਤ ਨਿਬੇਰਾ, ਇੱਥੇ ਹੀ ਜਿਹੜਾ ਨਿਬੇੜਾ ਉਸ ਮਨੁੱਖ ਦਾ ਸੰਗਤ ਵਿੱਚ ਆਉਣ ਨਾਲ ਹੋ ਜਾਂਦਾ। ਫਿਰ ਪਰਮੇਸ਼ਰ ਸੂਲੀ ਦੀ ਸਜ਼ਾ ਨੂੰ ਸੂਲ ਦੇ ਵਿੱਚ ਬਦਲ ਦਿੰਦਾ। ਦੇਖੋ ਇਹ ਜਿਹੜੇ ਕਰਮ ਕੀਤੇ ਹੋਏ ਨਾ, ਉਹਨਾਂ ਦਾ ਲੇਖਾ ਜਿਹੜਾ ਹੈ ਨਾ ਦੇਣਾ ਪੈਂਦਾ, ਪਰ ਉਸ ਲੇਖਾ ਦੇਣ ਦਾ ਜਿਹੜਾ ਤਰੀਕਾ ਹੈ ਨਾ ਉਹ ਬਦਲ ਜਾਂਦਾ। ਉਹ ਲੇਖਾ ਦੇਣ ਦਾ ਜਿਹੜਾ ਤਰੀਕਾ ਹੈ ਉਹ ਪਰਮੇਸ਼ਰ ਜਦੋਂ ਸਾਧ ਸੰਗਤ ਕਰਦੇ ਆ, ਉਹਦੇ ਨਾਲ ਜਦੋਂ ਗੁਰੂ ਦੀ ਸੰਗਤ ਕਰਦੇ ਆ, ਪਿਆਰਿਆਂ ਦੀ ਸੰਗਤ ਕਰਦੇ ਆ, ਤੇ ਉਦੋਂ ਲੇਖਾ ਜਿਹੜਾ ਉਹ ਕਿਸੇ ਤਰੀਕੇ ਦੇ ਨਾਲ ਵਾਹਿਗੁਰੂ ਪਰਮੇਸ਼ਰ ਗੁਰੂ ਜਿਹੜਾ ਹੈ ਉਹ ਭੁਗਤਾ ਦਿੰਦਾ। ਇੱਕ ਹੋਰ ਸਾਖੀ ਯਾਦ ਆ ਗਈ, ਸੁਣਾ ਦੇਵਾਂ। ਕਹਿੰਦੇ ਕਿ ਜਿਹੜਾ ਨਾਰਦ ਮੁਨੀ ਸੀ, ਇਹਨੇ ਗੁਰੂ ਨਹੀਂ ਧਾਰਨ ਕੀਤਾ ਸੀ, ਤੇ ਇਹ ਜਾ ਕੇ ਤੇ ਕਥਾ ਸੁਣਾਉਣ ਜਾਂਦਾ ਹੁੰਦਾ ਸੀ ਦੇਵਤਿਆਂ ਨੂੰ। ਕਥਾ ਸੁਣਾਉਣ ਜਾਣੀ, ਤੇ ਉਹ ਜਦੋਂ ਇਹਨੇ ਕਥਾ ਕਰਕੇ ਉੱਠ ਕੇ ਜਾਇਆ ਕਰਨਾ, ਤੇ ਉਹਨਾਂ ਨੇ ਇਹਦੇ ਜਿੱਥੇ ਬੈਠਾ ਹੁੰਦਾ ਸੀ ਉੱਥੋਂ ਦੀ ਮਿੱਟੀ ਚੁੱਕ ਕੇ ਥੱਲੇ ਸੁੱਟ ਦਿਆ ਕਰਨੀ, ਪਰੇ ਸੁੱਟ ਦਿਆ ਕਰਨੀ। ਤੇ ਉਹ ਇੱਕ ਦਿਨ ਇਹਨੇ ਵੇਖ ਲਿਆ ਨਾਰਦ ਮੁਨੀ ਨੇ। ਨਾਰਦ ਨੇ ਕਿਹਾ ਕਿ ਕੀ ਗੱਲ ਇਹ ਮੇਰੀ ਮਿੱਟੀ ਕਿਉਂ ਸੁੱਟਦੇ ਆ? ਉਹਨੇ ਪੁੱਛਿਆ ਕਿ ਤੁਸੀਂ ਮੇਰੇ ਨਾਲ ਮਾੜੀ ਕਰਦੇ, ਮੈਂ ਤੁਹਾਨੂੰ ਕਥਾ ਸੁਣਾਉਣਾ, ਤੇ ਜਿਹੜੀ ਜਗ੍ਹਾ ਤੇ ਮੈਂ ਬੈਠਦਾ ਤੇ ਤੁਸੀਂ ਉਹਦੀ ਮਿੱਟੀ ਚੁੱਕ ਕੇ ਪਰੇ ਸੁੱਟ ਦਿੰਦੇ ਹੋ। ਤੇ ਉਹਨਾਂ ਨੇ ਕਿਹਾ, ਦੇਵਤਿਆਂ ਨੇ ਸਾਰਿਆਂ ਨੇ, ਕਿ ਭਾਈ ਗੱਲ ਇਹ ਆ ਕਿ ਤੂੰ ਨਾ ਠੀਕ ਹੈ ਕਥਾ ਬੜੀ ਸੋਹਣੀ ਕਰਦਾ, ਪਰ ਤੂੰ ਗੁਰੂ ਨਹੀਂ ਧਾਰਨ ਕੀਤਾ, ਤਾਂ ਕਰਕੇ ਅਸੀਂ ਨਿਗੁਰੇ ਬੰਦੇ ਦੀ ਕਥਾ ਸੁਣਦੇ ਹਾਂ, ਤੇ ਕਥਾ ਦਾ ਚਲੋ ਫਲ ਸਾਨੂੰ ਆਪਣਾ ਮਿਲਣਾ,
पर तेरी जिहड़ी जगह जिथे तू बैठा ਉਹਦੀ मिट्टी ਅਸੀਂ ਤਾਂ ਸੁੱਟਦੇ ਹਾਂ कि तू नगुरा। बड़ा मन ਵਿੱਚ आई गल। ਇਹਨੇ ਫਿਰ ਜਿਹੜਾ परमेश्वर ਨੂੰ ਕਿਹਾ, महाराज परमेश्वर जी कृपा करो मैनू गुरु धारण करना, मैनू कोई गुरु दसो। परमेश्वर ने कहा भाई इंज करी, सवेरे उठी ਜਿਹੜਾ ਬੰਦਾ तेरे मत्थे लगा ना सब तो पहला ਉਹਦੇ ਕੋਲੋਂ ਜਾ ਕੇ ਤੇ ਤੂੰ ਜਿਹੜਾ ਆ ਗੁਰੂ ਉਹਨੂੰ ਧਾਰ ਲਈ। ਕਿ ਗਿਆ ਆ ਤੇ ਸਵੇਰੇ ਉੱਠਿਆ ਤੇ ਇਹਨੇ ਵੇਖਿਆ ਇੱਕ ਮਛੇਰਾ ਜਿਹੜਾ ਸੀ ਮੱਛੀਆਂ ਫੜਨ ਵਾਲਾ, ਉਹ ਇਹਦੇ ਮੱਥੇ ਲੱਗਾ। ਤੇ ਮਨ ਦੇ ਵਿੱਚ ਸ਼ੰਕਾ ਆ ਗਿਆ ਨਾਲ ਹੀ ਕਿ ਹੁਣ ਮੈਂ ਇੱਕ ਮਛੇਰੇ ਨੂੰ ਆਪਣਾ ਗੁਰੂ ਧਾਰਨ ਕਰੂੰਗਾ। ਤੇ ਮਨ 'ਚ ਸ਼ੰਕਾ ਆ ਗਿਆ, ਹੁਣ ਗੁਰੂ ਧਾਰਨ ਨਾਲੇ ਗੁਰੂ ਧਾਰਨ ਵੀ ਕਰਨਾ ਤੇ ਨਾਲੇ ਸ਼ੰਕਾ ਵੀ ਆ ਗਿਆ। ਚਲੋ ਮੱਥਾ ਟੇਕਿਆ ਅਣਮੰਨੇ ਜੇ ਮਨ ਨਾਲ ਉਸ ਮਛੇਰੇ ਨੂੰ ਮੱਥਾ ਟੇਕਿਆ, ਨਹੀਂ ਮੈਂ ਤੁਹਾਨੂੰ ਗੁਰੂ ਧਾਰਨ ਕਰਦਾ। ਮਛੇਰਾ ਕਹਿੰਦਾ ਠੀਕ ਹੈ, ਜੇ ਤੂੰ ਮੈਨੂੰ ਗੁਰੂ ਧਾਰਨ ਕੀਤਾ ਠੀਕ ਹੈ। ਸਮਾਂ ਹੋ ਗਿਆ ਸੀ ਕਥਾ ਦਾ, ਤੇ ਕਥਾ ਕਰਨ ਗਿਆ ਜਦੋਂ ਦਰਬਾਰ ਦੇ ਵਿੱਚ, ਉੱਥੇ ਦੇਵਤਿਆਂ ਦੇ ਦਰਬਾਰ 'ਚ ਕਥਾ ਕਰਨ ਲੱਗਾ ਤੇ ਉਹਨਾਂ ਨੇ ਕਿਹਾ ਵੀ ਭਾਈ ਤੇਰੀ ਕਥਾ ਹੋਣੀ ਸੀ ਬਿਲਕੁਲ ਨਹੀਂ ਸੁਣਨੀ, ਤੇ ਨਾ ਹੀ ਤੇਰੀ ਕਥਾ ਸੁਣਨੀ ਹੈ ਤੇ ਤੈਨੂੰ ਅਸੀਂ ਸ਼ਰਾਪ ਦਿੰਦੇ ਹਾਂ ਕਿ ਤੈਨੂੰ ਜਿਹੜਾ ਹੈ ਇਸ ਧਰਤੀ ਦੇ ਉੱਤੇ ਤੇਰਾ ਜਿਹੜਾ ਜਨਮ ਮਰਨ ਬਣਿਆ ਰਹੇਗਾ, ਤੇਰਾ ਫੇਰਾ ਵਾਰ-ਵਾਰ ਹੋਏਗਾ ਇਸ ਧਰਤੀ ਦੇ ਉੱਤੇ, ਤੈਨੂੰ ਇਸ ਧਰਤੀ ਦੇ ਉੱਤੇ ਜਿਹੜਾ ਆ ਭਰਮਣ ਕਰਨਾ ਪਏਗਾ। ਉਹ ਕਹਿੰਦਾ ਗੱਲ ਕੀ ਹੋ ਗਈ, ਮੈਨੂੰ ਦੱਸੋ ਵੀ ਤੇ ਸਹੀ। ਨਾਰਦ ਮੁਨੀ ਕਹਿੰਦੇ ਤੂੰ ਆਪਣੇ ਗੁਰੂ ਦੇ ਉੱਤੇ ਸ਼ੰਕਾ ਕੀਤੀ ਆ, ਤਾਂ ਕਰਕੇ ਤੈਨੂੰ ਜਿਹੜਾ ਆ ਨਾ ਇਹ ਸਜ਼ਾ ਮਿਲੀ, ਤੈਨੂੰ ਅਸੀਂ ਇਹ ਸ਼ਰਾਪ ਦਿੱਤਾ ਹੈ ਤੇ ਨਾ ਹੀ ਅਸੀਂ ਤੇਰੀ ਕਥਾ ਸੁਣਨੀ ਆ, ਤੇ ਤੈਨੂੰ ਜਿਹੜਾ ਆ ਇਸ ਸਾਰੇ ਸੰਸਾਰ ਦਾ ਜਿਹੜਾ ਭ੍ਰਮਣ ਕਰਨਾ ਪਵੇਗਾ। ਤੇ ਇਸੇ ਤਰ੍ਹਾਂ ਫਿਰ ਨਾਰਦ ਮੁਨੀ ਜਿਹੜਾ ਸੀ ਉਹ ਹੈਰਾਨ ਹੋ ਗਿਆ, ਕਹਿੰਦਾ ਹੁਣ ਕੌਣ ਵਾਰ-ਵਾਰ ਜੰਮੇ ਤੇ ਕੌਣ ਵਾਰ-ਵਾਰ ਮਰੇ। ਤੇ ਉਸ ਸਮੇਂ ਫਿਰ ਕਹਿੰਦੇ ਕਿ ਇਸ ਨੇ ਜਿਹੜਾ ਮਛੇਰਾ ਸੀ ਇਹਦਾ ਗੁਰੂ ਉਹਦੇ ਕੋਲ ਆਇਆ। ਫਿਰ ਇਹ ਕਹਿੰਦਾ ਮਹਾਰਾਜ ਮੇਰੇ ਕੋਲ ਸ਼ੰਕਾ ਹੋ ਗਈ ਤੁਹਾਡੇ ਉੱਤੇ, ਕਿਰਪਾ ਕਰੋ ਹੁਣ ਮੇਰਾ ਨਿਬੇੜਾ ਵੀ ਤੁਸੀਂ ਕਰੋ, ਮੈਂ ਕਿਵੇਂ ਕਿੱਥੇ ਜਾਵਾਂ, ਮੈਂ ਤੇ ਤੁਹਾਨੂੰ ਗੁਰੂ ਧਾਰਨ ਕੀਤਾ। ਹੁਣ ਸ਼ਰਾਪ ਮਿਲਿਆ ਸੀ, ਹੁਣ ਉਹ ਜਿਹੜਾ ਕਰਮ ਕੀਤਾ ਸੀ ਉਹਦਾ ਕਰਕੇ ਹੁਣ ਇੱਕ ਗੱਲ ਬਣਨੀ ਸੀ, ਵਾਰ-ਵਾਰ ਆਉਣਾ ਜਾਣਾ ਜਨਮ ਮਰਨ ਬਣਿਆ ਸੀ, ਬੜਾ ਬੁਰਾ ਹਾਲ ਹੋਇਆ। ਉਹਨੇ ਇੱਕ ਰਸਤਾ ਦੱਸਿਆ, ਕਹਿੰਦਾ ਕਿ ਕੱਲ ਨੂੰ ਕੀ ਕਰੀ, ਜਾ ਕੇ ਨਾ ਜਿਹੜੇ ਦੇਵਤਿਆਂ ਨੇ ਤੈਨੂੰ ਕਿਹਾ ਆ ਤੇ ਉਹਨਾਂ ਨੂੰ ਕਹੀ ਕਿ ਮੈਨੂੰ ਜਿਹੜਾ ਜਨਮ ਮਰਨ ਮੇਰਾ ਹੋਣਾ ਹੈ, ਵਾਰ-ਵਾਰ ਜਨਮਾਂ ਮਰਨਾ ਹੈ, ਧਰਤੀ ਦਾ ਭ੍ਰਮਣ ਕਰਨਾ ਹੈ, ਤੇ ਉਹਦੇ ਬਾਰੇ ਉਹ ਸਾਰਾ ਜਿਹੜਾ ਚਿੱਤਰ ਆ ਨਾ ਉਹ ਮੈਨੂੰ ਧਰਤੀ ਦੇ ਵਾਹ ਕੇ ਦਿਓ, ਚਿੱਤਰ ਬਣਾ ਕੇ ਦਿਓ। ਕਹਿੰਦਾ ਕਿ ਜਦੋਂ ਚਿੱਤਰ ਬਣਾਉਣ ਦੇ ਤੂੰ ਉਹਦੇ ਉੱਤੇ ਜਿਹੜਾ ਚੱਲ ਕੇ ਤੇ ਆਪਣਾ ਲੇਖਾ ਨਿਬੇੜ ਲਈ। ਕਹਿੰਦੇ ਠੀਕ ਹੈ। ਉਹ ਗੁਰੂ ਦੀ ਸਿੱਖਿਆ ਸੀ। ਗਿਆ, ਕਹਿੰਦਾ ਜੀ ਮੈਨੂੰ ਚਿੱਤਰ ਬਣਾ ਕੇ ਦਿਓ ਕਿ ਮੈਂ ਕਿਹੜਾ ਕਿਹੜਾ ਜਨਮ ਲੈਣਾ ਵਾ, ਕਿੱਥੇ ਕਿੱਥੇ ਜਾਣਾ ਵਾ, ਕੀ ਕੁਝ ਕਰਨਾ ਹੈ, ਕਿਹੜਾ ਭ੍ਰਮਣ ਕਰਨਾ ਸਾਰੀ ਧਰਤੀ ਦਾ, ਉਹ ਸਾਰੀ ਜਗ੍ਹਾ ਮੈਨੂੰ ਚਿੱਤਰ ਬਣਾ ਕੇ ਦਿਓ। ਤੇ ਉਹਨਾਂ ਦੇਵਤਿਆਂ ਨੇ ਬਣਾ ਦਿੱਤਾ। ਤੇ ਇਹਨੇ ਉੱਥੇ ਹੀ ਜਿਹੜਾ ਸੀ ਉਹਦਾ ਜਿਹੜੀ ਮਿੱਟੀ ਦੇ ਬਣੇ ਸਨ ਉੱਥੇ ਹੀ ਲਿਟ ਗਿਆ, ਤੇ ਉੱਥੇ ਹੀ ਘੁੰਮ ਫਿਰ ਕੇ ਕਹਿੰਦਾ ਲਓ ਮੈਂ ਲੇਖਾ ਨਿਬੇੜਤਾ। ਇਹੋ ਕੁਝ ਹੀ ਹੋਣਾ ਸੀ, ਤੇ ਆਹ ਦੇਖੋ ਮੇਰਾ ਲੇਖਾ ਜਿਹੜਾ ਨਿਬੜ ਗਿਆ। ਇਸ ਤਰ੍ਹਾਂ ਜਿਹੜਾ ਮਨੁੱਖ ਸਾਧ ਸੰਗਤ ਕਰਦਾ ਹੈ, ਗੁਰੂ ਉਹਨਾਂ ਦੇ ਤਰੀਕੇ ਦੇ ਨਾਲ, ਜਿਹੜਾ ਹੁਣ ਨਾਰਦ ਮੁਨੀ ਨੂੰ ਸਾਰੀ ਧਰਤੀ ਦਾ ਭ੍ਰਮਣ ਕਰਨਾ ਪੈਣਾ ਸੀ, ਤੇ ਉਹਦੇ ਗੁਰੂ ਨੇ ਦੇਖੋ ਉਹਨੂੰ ਸੌਖਾ ਰਸਤਾ ਦੱਸ ਦਿੱਤਾ ਕਿ ਭਾਈ ਚਿੱਤਰ ਬਣਾ ਕੇ ਉਹਦੇ ਉੱਤੇ ਤੂੰ ਲੇਟ ਜਾਈਂ ਤੇ ਤੇਰਾ ਉੱਥੇ ਹੀ ਨਿਬੇੜਾ ਹੋ ਜਾਏਗਾ। ਇਸੇ ਤਰ੍ਹਾਂ ਜਿਹੜਾ ਮਨੁੱਖ ਸਾਧ ਸੰਗਤ ਕਰਦਾ ਹੈ ਉਹ ਤਾਂ ਨਿਬੇੜਾ ਉਹਦਾ ਫਿਰ ਨਿਬੇੜਾ ਇੱਥੇ ਹੀ ਹੋ ਜਾਂਦਾ ਹੈ। ਉਹਨੂੰ ਫਿਰ ਵਿਸ਼ੇਸ਼ ਜਨਮ ਮਰਨ ਜਿਹੜਾ ਉਹਦਾ ਮੁੱਕ ਜਾਂਦਾ ਹੈ, ਫਿਰ ਉਹਦਾ ਇੱਥੇ ਨਿਬੇੜਾ ਹੋ ਜਾਂਦਾ। ਉਹਨੂੰ ਕੀ ਵਿਸ਼ੇਸ਼ ਨਰਕਾਂ ਤੇ ਸਵਰਗਾਂ ਦੇ ਚੱਕਰ 'ਚ ਉਹਨੂੰ ਨਹੀਂ ਪੈਣਾ ਪੈਂਦਾ। ਸਾਧ ਕੈ ਸੰਗ ਪਾਏ ਨਾਮ ਰਤਨ, ਸਾਧ ਕੈ ਸੰਗ ਏਕ ਉਪਰ ਜਤਨ, ਸਾਧ ਕੇ ਸੰਗ ਪਾਏ ਨਾਮ ਰਤਨ। ਰਾਮ ਰੂਪੀ ਰਤਨ ਉਸ ਮਨੁੱਖ ਨੂੰ ਲੱਭ ਜਾਂਦਾ ਹੈ ਜਿਹੜਾ ਮਨੁੱਖ ਸਾਧ ਸੰਗਤ ਵਿੱਚ ਜਾਂਦਾ ਹੈ, ਨਾਮ ਰਤਨ ਪ੍ਰਾਪਤ ਹੋ ਜਾਂਦਾ ਹੈ। ਸਾਧ ਕੇ ਸੰਗ ਏਕ ਉਪਰ ਜਤਨ, ਫਿਰ ਉਹ ਮਨੁੱਖ ਜਿਹਨੂੰ ਨਾਮ ਦਾ ਰਤਨ ਲੱਭਦਾ ਹੈ, ਫਿਰ ਇੱਕ ਹਰੀ ਪਰਮੇਸ਼ਰ ਨੂੰ ਪ੍ਰਾਪਤੀ ਕਰਨ ਦੇ ਯਤਨ ਦਾ ਉਦਮ ਕਰਦਾ ਹੈ। ਸਾਧ ਕੇ ਸੰਗ ਇੱਕ ਉੱਪਰ ਯਤਨ, ਫਿਰ ਉਹਦਾ ਇੱਕੋ ਹੀ ਕਾਰਜ ਰਹਿ ਜਾਂਦਾ, ਇੱਕੋ ਹੀ ਯਤਨ ਰਹਿ ਜਾਂਦਾ ਹੈ ਕਿ ਮੈਂ ਪਰਮੇਸ਼ਰ ਨੂੰ ਪ੍ਰਾਪਤ ਕਰ ਲਵਾਂ। ਐਸੀ ਚੇਤਕ ਉਹਦੇ ਅੰਦਰ ਸਾਧ ਸੰਗਤ ਵਿੱਚ ਜਾਣ ਨਾਲ ਲੱਗਦੀ, ਹਰ ਕਿਸੇ ਦੇ ਨਹੀਂ ਲੱਗਦੀ। ਜਿਹੜਾ ਸਾਧ ਸੰਗਤ ਜਾਂਦਾ ਉਹਦੇ ਅੰਦਰ ਇਹ ਮਨ 'ਚ ਆਉਂਦੀ ਇੱਛਾ ਕਿ ਮੈਂ ਵੀ ਪਰਮੇਸ਼ਰ ਨੂੰ ਪ੍ਰਾਪਤ ਕਰਾਂ, ਮੈਨੂੰ ਵੀ ਨਾਮ ਰਤਨ ਲੱਭੇ, ਮੈਂ ਵੀ ਉਸ ਅਕਾਲ ਪੁਰਖ ਨੂੰ ਸਿਮਰਾਂ ਤੇ ਉਹਦੇ ਵਿੱਚ ਭੇਦ ਹੋਵਾਂ। ਇਹ ਯਤਨ ਕਿੱਥੋਂ ਪ੍ਰਾਪਤ ਹੁੰਦਾ ਹੈ? ਜਿਹੜਾ ਮਨੁੱਖ ਸਾਧ ਸੰਗਤ ਵਿੱਚ ਆਉਂਦਾ। ਸਾਧ ਕੀ ਮਹਿਮਾ ਬਰਨੈ ਕੌਣ ਪ੍ਰਾਨੀ, ਨਾਨਕ ਸਾਧ ਕੀ ਸੋਭਾ ਪ੍ਰਭ ਮਾਹੇ ਸਮਾਨੀ।
ਪ੍ਰਾਨੀ ਤੇ ਸਮਾਨੀ दो शब्द ध्यान ਨਾਲ पढ़ने। प्राणी नहीं पढ़ना, समानी नहीं पढ़ना। नन्ना शब्द लगा प्रानी समानी, जे नाना लगा होंदा फिर प्राणी ते समानी पढ़ना सी। प्रानी समानी इस तरह पढ़ना है। साध की महिमा बनने कौन प्रानी। मारे कहते आ कि केड़ा जीव आ जिहड़ा साध जना की पूरी वडियाई कथन कर सके, कोई नहीं कर सकता। ऐसी महिमा है साध जना की। साध की महिमा बनने कौन प्रानी, केड़ा मनुख कर सकता, कोई नहीं कर सकता। मारे कहते साध की शोभा प्रभ माहे समानी। जिहड़ी साध की शोभा है ना, साध की वडियाई है, वो हरि विच समाई हुई है। भाव ਜਿਹੜੇ ਸਾਧ ਜਨ ਉਹ ਹਰੀ ਦਾ ਹੀ ਰੂਪ ਹਨ, ਤੇ ਜਿੰਨੀ ਵਡਿਆਈ ਹਰੀ ਦੀ, ਪਰਮੇਸ਼ਵਰ ਦੀ, ਅਕਾਲ ਪੁਰਖ ਦੀ ਹੈ, ਉਨੀ ਹੀ ਵਡਿਆਈ ਸਾਧ ਸੰਗਤ ਦੀ ਹੈ, ਉਨੀ ਹੀ ਵਡਿਆਈ ਸਾਧੂਆਂ ਮਹਾਤਮਾ ਦੀ, ਮਹਾਂਪੁਰਖਾਂ ਦੀ, ਗੁਰਮੁਖ ਪਿਆਰਿਆਂ ਦੀ ਹੈ, ਜਿਹੜੇ ਪਰਮੇਸ਼ਰ ਨੂੰ ਜਪਦੇ ਆ। ਨਾ ਪਰਮੇਸ਼ਰ ਦੀ ਵਡਿਆਈ ਦਾ ਅੰਤ ਹੈ ਤੇ ਨਾ ਹੀ ਇਹਨਾਂ ਗੁਰਮੁਖ ਪਿਆਰਿਆਂ ਦੀ ਵਡਿਆਈ ਦਾ ਅੰਤ ਹੈ। ਸਾਧ ਕੀ ਸੋਭਾ ਪ੍ਰਭ ਮਾਹੇ ਸਮਾਨੀ, ਕਿਉਂਕਿ ਇਹਨਾਂ ਦੀ ਸੋਭਾ ਵੀ ਪਰਮੇਸ਼ਰ ਦੇ ਵਿੱਚ ਹੀ ਸਮਾਈ ਹੋਈ ਹੈ। ਕੋਈ ਮਨੁੱਖ ਉਹਨਾਂ ਦੀ ਸੋਭਾ ਨਹੀਂ ਕਹਿ ਸਕਦਾ। ਸਾਧ ਕੇ ਸੰਗ ਅਗੋਚਰ ਮਿਲੈ, ਸਾਧ ਕੇ ਸੰਗ ਸਦਾ ਪ੍ਰਫੁੱਲੈ। ਮਾਰੇ ਕਹਿੰਦੇ ਆ ਸਾਧ ਕੇ ਸੰਗ ਅਗੋਚਰ, ਜਿਹੜਾ ਅਗੋਚਰ ਅਕਾਲ ਪੁਰਖ ਪਰਮਾਤਮਾ ਨਾ, ਅਗੋਚਰ ਦਾ ਅਰਥ ਹੁੰਦਾ ਜਿਹੜਾ ਇੰਦਰੀਆਂ ਦੇ ਵਸ ਤੋਂ ਬਾਹਰ ਹੋਵੇ। ਜਿਵੇਂ ਕੁਝ ਚੀਜ਼ਾਂ ਹੁੰਦੀਆਂ ਸਾਡੀਆਂ ਗਿਆਨ ਇੰਦਰੀਆਂ ਦੇ ਨਾਲ ਪਕੜ 'ਚ ਆ ਜਾਂਦੀਆਂ, ਜਿਵੇਂ ਦੇਖਣਾ, ਸ਼ੋਅ ਪ੍ਰਾਪਤ ਕਰਨੀ, ਸਮੈਲ ਲੈਣੀ, ਇਹ ਸਾਰੀਆਂ ਗਿਆਨ ਇੰਦਰੀਆਂ ਨਾਲ ਕਰ ਲੈਂਦੇ। ਪਰ ਅਗੋਚਰ ਦਾ ਅਰਥ ਹੁੰਦਾ ਹੈ ਜਿਹੜਾ ਇਹਨਾਂ ਗਿਆਨ ਇੰਦਰੀਆਂ ਦੀ ਪਕੜ ਵਿੱਚ ਨਾ ਆਵੇ। ਸਾਧ ਕੇ ਸੰਗ ਅਗੋਚਰ ਮਿਲੇ, ਉਹ ਜਿਹੜਾ ਪਰਮੇਸ਼ਰ ਅਕਾਲ ਪੁਰਖ ਹੈ, ਜਿਹੜਾ ਅਗੋਚਰ ਹੈ, ਜਿਹੜਾ ਅਕਾਲ ਪੁਰਖ ਪਰਮੇਸ਼ਰ ਇਹਨਾਂ ਇੰਦਰੀਆਂ ਦੀ ਪਹੁੰਚ ਤੋਂ ਪਰੇ ਹੈ, ਉਹ ਮਿਲਿਆ ਪ੍ਰਾਪਤ ਹੋ ਜਾਂਦਾ। ਸਾਧ ਕੇ ਸੰਗ, ਸਾਧੂਆਂ ਦੀ ਸੰਗਤ ਕਰਨ ਦੇ ਨਾਲ, ਸਤ ਸੰਗਤ ਦੇ ਵਿੱਚ ਜਾਣ ਦੇ ਨਾਲ ਉਹ ਪਰਮੇਸ਼ਰ ਪ੍ਰਾਪਤ ਹੋ ਜਾਂਦਾ, ਜਿਹੜਾ ਇਹਨਾਂ ਇੰਦਰੀਆਂ ਦੇ ਨਾਲ ਨਹੀਂ ਦਿਖਦਾ। ਉਹ ਫਿਰ ਦਿਖਣਾ ਸ਼ੁਰੂ ਹੋ ਜਾਂਦਾ। ਜਿਹੜਾ ਮੈਨੂੰ ਕਹਿੰਦਾ ਸੀ ਨਾ ਮੈਨੂੰ ਪਰਮੇਸ਼ਰ ਵਿਖਾਓ ਕਿੱਥੇ ਹੈ, ਤੇ ਫਿਰ ਉਹਨੂੰ ਉਹ ਦਿਖਣ ਲੱਗ ਜਾਂਦਾ ਹੈ। ਅਗੋਚਰ ਅਕਾਲ ਪੁਰਖ ਪਰਮੇਸ਼ਰ ਜਿਹੜਾ ਸਤ ਸੰਗਤ ਦੇ ਵਿੱਚ ਜਾਂਦਾ ਹੈ। ਉੱਦਾਂ ਗੱਲ ਨਹੀਂ ਬਣਦੀ, ਗੱਲਾਂ ਨਾਲ ਗੱਲ ਨਹੀਂ ਬਣਦੀ। ਇਹ ਗੱਲ ਉਦੋਂ ਬਣਨੀ ਜਦੋਂ ਸੰਗਤ ਕਰਾਂਗੇ, ਜਦੋਂ ਗੁਰਮੁਖ ਪਿਆਰਿਆਂ ਦੇ ਕੋਲ ਜਾਵਾਂਗੇ। ਸਾਧ ਕੇ ਸੰਗ ਸਦਾ ਪ੍ਰਫੁੱਲੈ, ਸਾਧ ਸੰਗਤ ਦੇ ਵਿੱਚ ਜਾਣ ਦੇ ਨਾਲ ਮਨੁੱਖ ਪ੍ਰਸੰਨ ਰਹਿੰਦਾ ਹੈ। ਫੁੱਲੈ ਪ੍ਰਫੁੱਲਿਤ ਰਹਿੰਦਾ ਹੈ, ਪ੍ਰਸੰਨ ਰਹਿੰਦਾ ਹਰ ਵੇਲੇ। ਹਰ ਵੇਲੇ ਉਹਦਾ ਮਨ ਜਿਹੜਾ ਆ ਉਹ ਪ੍ਰਸੰਨ ਰਹਿੰਦਾ ਹੈ, ਕਿਉਂਕਿ ਸਾਧ ਕਿਰਪਾ ਤੇ ਸੁੱਕਾ ਹਰਿਆ। ਸੁੱਕੇ ਹੋਏ ਮਨ ਵੀ ਹਰੇ ਹੋ ਜਾਂਦੇ ਆ ਜਿਹੜਾ ਮਨੁੱਖ ਸਾਧੂਆਂ ਦੀ ਸੰਗਤ ਕਰਦਾ, ਜਿਹੜਾ ਸਤ ਸੰਗੀਆਂ ਦੀ ਸੰਗਤ ਕਰਦਾ। ਸਾਧ ਕੇ ਸੰਗ ਸਦਾ ਪ੍ਰਫੁੱਲਿਤ ਹੋ ਜਾਂਦਾ ਹੈ। ਸਾਧ ਕੈ ਸੰਗ ਆਵਹਿ ਬਸ ਪੰਚਾ, ਸਾਧ ਸੰਗ ਅੰਮ੍ਰਿਤ ਰਸ ਪੁੰਚਾ। ਸਾਧੂਆਂ ਦੀ ਸੰਗਤ ਦੇ ਨਾਲ ਆਵੇ ਬਸ ਪੰਚਾ, ਪੰਜ ਜਿਹੜੇ ਆ ਵਿਕਾਰ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਉਹ ਵਸ 'ਚ ਆ ਜਾਂਦੇ। ਉਂਝ ਮਨੁੱਖ ਦੇ ਵਸ 'ਚ ਨਹੀਂ ਇਹ ਹੈਗੇ। ਮਨੁੱਖ ਭਾਵੇਂ ਜਿੰਨਾ ਮਰਜ਼ੀ ਕਹੀ ਜਾਵੇ ਨਾ ਕਿ ਮੇਰਾ ਬਹੁਤ ਕੰਟਰੋਲ ਹੈ, ਮੈਂ ਬਹੁਤ ਆਪਣੇ ਆਪ ਤੇ ਕਾਬੂ ਰੱਖਾਂਗਾ, ਪੰਜ ਵਿਕਾਰ ਮੈਨੂੰ ਤੰਗ ਨਹੀਂ ਕਰ ਸਕਦੇ। ਇਹ ਵੱਡਿਆਂ ਵੱਡਿਆਂ ਨੂੰ ਤੰਗ ਕਰਦੇ, ਵੱਡਿਆਂ ਵੱਡਿਆਂ ਨੂੰ ਫੜ ਕੇ ਢੇਰੀ ਕਰਦੇ, ਮਿੱਟੀ ਬਰਾਬਰ ਕਰ ਦਿੰਦੇ ਆ। ਪਰ ਜਿਹੜਾ ਮਨੁੱਖ ਸਾਧ ਸੰਗਤ ਦੇ ਵਿੱਚ ਜਾਂਦਾ ਹੈ, ਉਹਦੇ ਵਸ ਵਿੱਚ ਆ ਜਾਂਦੇ ਪੰਜ ਵਿਕਾਰ। ਜਿਹੜਾ ਮਨੁੱਖ ਸਾਧ ਸੰਗਤ ਜਾਂਦਾ ਹੈ ਨਾ, ਜਿਹੜਾ ਸਾਧੂਆਂ ਦੀ ਸੰਗਤ ਕਰਦਾ ਹੈ, ਇਹ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਵਰਗੇ ਜਿਹੜੇ ਪੰਜ ਦੈਂਤ ਹਨ ਚਿੰਬੜੇ ਹੋਏ, ਫਿਰ ਉਹਦੇ ਵਸ ਵਿੱਚ ਆ ਜਾਂਦੇ। ਫਿਰ ਉਹ ਮਨੁੱਖ ਇਹਨਾਂ ਪੰਜ ਵਿਕਾਰਾਂ ਦੇ ਵਿੱਚ ਨਹੀਂ ਫਸਦਾ ਜਿਹੜਾ ਸਾਧ ਸੰਗਤ ਕਰਦਾ। ਸਾਧ ਸੰਗ ਅੰਮ੍ਰਿਤ ਰਸ ਪੁੰਚਾ, ਪਰਮੇਸ਼ਰ ਸਾਧ ਸੰਗਤ ਜਿਹੜੀ ਕਰਨ ਦੇ ਨਾਲ ਮਨੁੱਖ ਸਾਧੂਆਂ ਦੀ ਸੰਗਤ ਕਰਨ ਦੇ ਨਾਲ ਅੰਮ੍ਰਿਤ ਰਸ ਪੁੰਚਾ, ਉਹ ਅੰਮ੍ਰਿਤ ਪ੍ਰਾਪਤ ਕਰ ਲੈਂਦਾ। ਪੁੰਚਾ ਮਾਣਦਾ ਹੈ, ਭੋਗਦਾ ਹੈ ਉਹ ਆਨੰਦ ਜਿਹੜਾ ਅੰਮ੍ਰਿਤ ਹੈ, ਜਿਹੜਾ ਖਤਮ ਨਹੀਂ ਹੋਣ ਵਾਲਾ, ਜਿਹੜਾ ਨਾਮ ਖਤਮ ਹੋਣ ਵਾਲਾ ਰਸ ਪੁੰਚਦਾ ਹੈ ਮਨੁੱਖ, ਭਾਵ ਪਰਮੇਸ਼ਰ ਦਾ ਨਾਮ ਉਹਨੂੰ ਮਿਲ ਜਾਂਦਾ ਹੈ। ਐਸਾ ਰਸ ਉਹ ਪੁੰਚਦਾ ਹੈ, ਭੋਗਦਾ ਹੈ, ਜਿਹੜਾ ਸਾਧ ਸੰਗਤ ਵਿੱਚ ਜਾਂਦਾ ਹੈ। ਸਾਧ ਸੰਗ ਹੋਏ ਸਭ ਕੀ ਰੇਨ, ਸਾਧ ਕੈ ਸੰਗ ਮਨੋਹਰ ਬੈਨ। ਸਾਧੂਆਂ ਦੀ ਸੰਗਤ ਦਾ ਫਲ ਇਹ ਹੁੰਦਾ ਹੈ ਕਿ ਮਨੁੱਖ ਸਾਰਿਆਂ ਦੇ ਚਰਨਾਂ ਦੀ ਧੂੜ ਬਣ ਜਾਂਦਾ ਹੈ। ਸਾਧ ਸੰਗ ਹੋਏ ਸਭ ਕੀ ਰੇਨ,
ਸਾਰਿਆਂ ਦੀ ਰੇਣ ਬਣ ਜਾਂਦਾ। ਚਰਨਾਂ ਦੀ ਧੂੜ, ਰੇਣ ਦਾ ਅਰਥ ਹੁੰਦਾ ਹੈ ਚਰਨ ਧੂੜ। ਸਾਰਿਆਂ ਦੀ ਚਰਨ ਧੂੜ ਬਣ ਜਾਂਦਾ ਹੈ। ਕਹਿੰਦਾ ਕਿ ਮੈਂ ਪਹਿਲੋਂ ਕਹਿੰਦਾ ਹੁੰਦਾ ਸੀ ਮੇਰੇ ਵਰਗਾ ਕੋਈ ਮਨੁੱਖ ਹੈ ਹੀ ਨਹੀਂ, ਫਿਰ ਕਹਿੰਦਾ ਮੇਰੇ ਵਿੱਚ ਕੀ ਹੈ, ਮੈਂ ਤੇ ਕਾਹੇ ਜੋਗਾ ਨਹੀਂ, ਇਹ ਤਾਂ ਮੈਂ ਇਹਨਾਂ ਦੀ ਸੰਗਤ ਦੇ ਵਿੱਚ ਆਇਆ। ਫਿਰ ਨਿਮਰਤਾ ਮਨੁੱਖ ਦੇ ਮਨ 'ਚ ਆ ਜਾਂਦੀ, ਹੰਕਾਰ ਛੁੱਟ ਜਾਂਦਾ, ਸਾਰਿਆਂ ਦੀ ਰੇਣ ਹੋ ਜਾਂਦਾ ਹੈ। ਫਿਰ ਹਰ ਕਿਸੇ ਦੇ ਚਰਨਾਂ ਤੇ ਢਹਿ ਪੈਂਦਾ ਕਿ ਮਹਾਰਾਜ ਤੁਹਾਡੇ ਵਰਗਾ ਹੋਰ ਕੋਈ ਨਹੀਂ ਹੈ। ਇੰਨੀ ਨਿਮਰਤਾ ਉਸ ਮਨੁੱਖ 'ਚ ਆ ਜਾਂਦੀ ਹੈ ਜਿਹੜਾ ਸਾਧ ਸੰਗ ਕਰਦਾ ਹੈ, ਜਿਹੜਾ ਸਤ ਸੰਗਤ ਦੇ ਵਿੱਚ ਜਾਂਦਾ ਹੈ। ਐਸੀ ਬੁੱਧੀ ਪਲਟਦੀ ਹੈ। ਜਿਹੜਾ ਮਨੁੱਖ ਕਿੰਨਾ ਹੰਕਾਰੀ ਹੁੰਦਾ ਹੈ, ਕਿਸੇ ਨੂੰ ਦੌਲਤ ਦਾ, ਧਨ ਦੌਲਤ ਸ਼ੌਹਰਤ ਦਾ ਹੰਕਾਰ ਹੁੰਦਾ ਹੈ, ਜੇ ਕਿਤੇ ਉਹ ਸਤ ਸੰਗਤ ਕਰ ਲਵੇ ਤੇ ਚਰਨ ਧੂੜ ਬਣ ਕੇ ਰਹਿ ਜਾਂਦਾ। ਕਹਿੰਦਾ ਮੇਰੇ ਵਰਗਾ ਤੇ ਕੋਈ ਮਾੜਾ ਮਨੁੱਖ ਨਹੀਂ ਹੈਗਾ। ਫਿਰ ਉਹ ਸਾਰਿਆਂ ਦੇ ਚਰਨਾਂ ਤੇ ਢਹਿ ਪੈਂਦਾ, ਸਾਬ ਕੀ ਰੇਣ ਹੋ ਜਾਂਦਾ ਹੈ। ਸਾਧ ਕੇ ਸੰਗ ਮਨੋਹਰ ਬੈਣ, ਫਿਰ ਉਹ ਆਪਣੇ ਮੂੰਹ ਦੇ ਵਿੱਚੋਂ ਮਨੋਹਰ ਬੈਣ, ਮਨੋਹਰ ਮਿੱਠੇ ਸੁੰਦਰ ਬਚਨ ਬੋਲਦਾ। ਫਿਰ ਆਪਣੇ ਮੂੰਹ ਦੇ ਵਿੱਚੋਂ ਬੈਣ ਦਾ ਅਰਥ ਹੁੰਦਾ ਹੈ ਬਚਨ, ਮਨੋਹਰ ਦਾ ਅਰਥ ਹੁੰਦਾ ਹੈ ਚੰਗੇ ਸੁੰਦਰ ਮਿੱਠੇ ਬੋਲ ਆਪਣੇ ਮੂੰਹ 'ਚ ਬੋਲਦਾ ਜਿਹੜਾ ਮਨੁੱਖ ਸਾਧ ਸੰਗਤ ਕਰਦਾ। ਫਿਰ ਉਹ ਹਰ ਕਿਸੇ ਨੂੰ ਗੁੱਸੇ ਨਾਲ ਨਹੀਂ ਬੋਲਦਾ, ਹਰ ਕਿਸੇ ਨੂੰ ਗਾਲਾਂ ਨਹੀਂ ਕੱਢਦਾ। ਫਿਰ ਹਰ ਕਿਸੇ ਦੇ ਨਾਲ ਮਨੋਹਰ ਬੈਣ, ਬੜੇ ਸੁੰਦਰ ਜਿਹੜੇ ਆ ਬੈਣ, ਬੜੇ ਸੁੰਦਰ ਲਫ਼ਜ਼ ਬੋਲਦਾ ਹੈ। ਸਾਧ ਕੈ ਸੰਗ ਨਾ ਕਤਹੂ ਧਾਵੈ, ਸਾਧ ਸੰਗ ਅਸਥਿਤ ਮਨ ਪਾਵੈ। ਸਾਧੂਆਂ ਦੀ ਸੰਗਤ ਕਰਨ ਦੇ ਨਾਲ ਮਨੁੱਖ ਦਾ ਮਨ ਜਿਹੜਾ ਹੈ ਨਾ, ਸਾਧ ਕੇ ਸੰਗ ਨਾ ਕਤਹੂ ਧਾਵੈ, ਉਹ ਸੰਗਤ ਦੇ ਵਿੱਚ ਨਹੀਂ ਭੱਜਦਾ, ਕਾਮੀਆਂ ਕ੍ਰੋਧੀਆਂ ਦੀ ਸੰਗਤ ਵੱਲ ਨਹੀਂ ਭੱਜਦਾ, ਉਧਰੋਂ ਉਹ ਛੁੱਟ ਜਾਂਦਾ, ਹੋਰ ਕਿਸੇ ਪਾਸੇ ਧਾਉਂਦਾ ਹੀ ਨਹੀਂ ਹੈ। ਫਿਰ ਉਹ ਕਿਸੇ ਵਿਕਾਰੀ ਮਨੁੱਖ ਦੇ ਨੇੜੇ ਨਹੀਂ ਜਾਂਦਾ ਜਿਹੜਾ ਸਤ ਸੰਗਤ ਕਰਦਾ। ਸਾਧ ਕੇ ਸੰਗ ਨਾ ਕਤਹੂ ਧਾਵੈ, ਹੋਰ ਪਾਸੇ ਨਹੀਂ ਧਾਉਂਦਾ ਉਹ ਮਨੁੱਖ। ਸਾਧ ਸੰਗ ਅਸਥਿਤ ਮਨ ਪਾਵੇ, ਉਹਦਾ ਮਨ ਟਿਕ ਜਾਂਦਾ, ਅਸਥਿਤ ਹੋ ਜਾਂਦਾ ਇੱਕ ਜਗ੍ਹਾ ਦੇ ਉੱਤੇ, ਉਸ ਪਰਮੇਸ਼ਰ ਦੇ ਨਾਮ ਦੇ ਵਿੱਚ ਉਹਦਾ ਮਨ ਟਿਕ ਜਾਂਦਾ ਹੈ। ਸਤ ਸੰਗੀਆਂ ਦੀ ਸੇਵਾ ਵਿੱਚ ਟਿਕ ਜਾਂਦਾ ਹੈ ਉਹ ਮਨੁੱਖ। ਸਤ ਸੰਗਤ ਕਰਦਾ ਹੈ, ਉਹਨਾਂ ਸਤ ਸੰਗੀਆਂ ਦੀ ਸੇਵਾ ਕਰਦਾ ਹੈ, ਲੰਗਰ ਦੇ ਵਿੱਚ ਆਣ ਕੇ ਕਿਤੇ ਜੋੜਿਆਂ ਦੀ ਸੇਵਾ ਕਰਨ ਲੱਗ ਜਾਂਦਾ ਹੈ। ਫਿਰ ਉਹ ਇਹਨਾਂ, ਜੇ ਕੋਈ ਵਿਕਾਰੀ ਮਨੁੱਖ ਕੋਲ ਆ ਕੇ ਕਵੇ ਵੀ ਨਾ ਕਿ ਆਪਾਂ ਆਹ ਕੰਮ ਕਰਨ ਚੱਲਦੇ ਹਾਂ, ਵਿਕਾਰ ਕਮਾਉਣ ਚੱਲਦੇ ਹਾਂ, ਤੇ ਫਿਰ ਉਹਨੂੰ ਕਹਿੰਦਾ ਕਿ ਨਹੀਂ ਭਾਈ ਮੈਂ ਨਹੀਂ ਜਾ ਸਕਦਾ, ਮੈਂ ਤੇ ਗੁਰਦੁਆਰਾ ਸਾਹਿਬ ਸੇਵਾ ਕਰਨੀ ਹੈ, ਮੈਂ ਤੇ ਜਾ ਕੇ ਇਸ ਵੇਲੇ ਕੀਰਤਨ ਹੁੰਦਾ ਉਹ ਸਰਵਣ ਕਰਨਾ, ਮੇਰਾ ਟਾਈਮ ਨਹੀਂ ਹੈਗਾ। ਸਾਧ ਕੇ ਸੰਗ ਨਾ ਕਤਹੂ ਧਾਵੈ, ਹੋਰ ਪਾਸੇ ਨਹੀਂ ਜਾਂਦਾ। ਫਿਰ ਉਹ ਭੱਜਾ ਹੀ ਆਉਂਦਾ ਸਤ ਸੰਗਤ ਵੱਲ। ਫਿਰ ਸਥਿਤ ਮਨ ਪਾਵੇ, ਫਿਰ ਉਹਦਾ ਮਨ ਟਿਕ ਜਾਂਦਾ ਸੰਗਤ ਦੇ ਵਿੱਚ ਕਿ ਮੈਂ ਹੁਣ ਸੇਵਾ ਹੀ ਕਰਾਂਗਾ, ਮੈਂ ਸੰਗਤ ਹੀ ਕਰਾਂਗਾ। ਸਾਧ ਕੈ ਸੰਗ ਮਾਇਆ ਤੇ ਭਿੰਨ, ਸਾਧ ਸੰਗ ਨਾਨਕ ਪ੍ਰਭ ਸੋ ਪ੍ਰਸੰਨ, ਸਾਧ ਸੰਗ ਨਾਨਕ ਪ੍ਰਭ ਸੋ ਪ੍ਰਸੰਨ। ਸਾਧ ਕੇ ਸੰਗ ਮਾਇਆ ਤੇ ਭਿੰਨ, ਸਤ ਸੰਗਤ ਦੇ ਕਰਨ ਦੇ ਨਾਲ ਮਨੁੱਖ ਮਾਇਆ ਤੇ ਭਿੰਨ, ਮਾਇਆ ਤੋਂ ਨਿਰਲੇਪ ਹੋ ਜਾਂਦਾ ਹੈ, ਸੁਤੰਤਰ ਹੋ ਜਾਂਦਾ ਮਾਇਆ ਤੋਂ। ਸਾਧ ਸੰਗ ਪ੍ਰਭ ਨਾਨਕ ਪ੍ਰਭ ਸੋ ਪ੍ਰਸੰਨ, ਸਾਧ ਸੰਗਤ ਕਰਨ ਦੇ ਨਾਲ ਜਿਹੜਾ ਮਨੁੱਖ ਹੈ ਸਤ ਸੰਗੀਆਂ ਦੇ ਨਾਲ ਰਲ ਕੇ ਉਹ ਹਰੀ ਵਾਹਿਗੁਰੂ ਜਿਹੜਾ ਪ੍ਰਸੰਨ ਹੋ ਜਾਂਦਾ ਹੈ। ਭਾਵ ਉਹਨੂੰ ਆਪਣੀ ਚਰਨਾਂ ਨਾਲ ਪਰਮੇਸ਼ਰ ਮੇਲ ਲੈਂਦਾ ਜਿਹੜਾ ਸਤ ਸੰਗਤ ਕਰਦਾ। ਸਾਧ ਕੇ ਸੰਗ ਮਾਇਆ ਤੇ ਭਿੰਨ, ਮਾਇਆ ਦੀ ਛੁੱਟ ਜਾਂਦੀ ਹੈ, ਮਾਇਆ ਤੋਂ ਨਿਰਲੇਪ ਹੋ ਜਾਂਦਾ ਹੈ। ਸਾਧ ਸੰਗ ਨਾਨਕ ਪ੍ਰਭ ਸੋ ਪ੍ਰਸੰਨ, ਉਹ ਪ੍ਰਭੂ ਪਰਮੇਸ਼ਰ ਉਹਦੇ ਉੱਤੇ ਪ੍ਰਸੰਨ ਹੋ ਜਾਂਦਾ ਹੈ ਕਿ ਇਹ ਬੜਾ ਗੁਰਮੁਖ ਪਿਆਰਾ ਹੈ, ਇਹਨੇ ਸਤ ਸੰਗਤ ਕਰਦਾ ਹਰ ਰੋਜ਼। ਫਿਰ ਪਰਮੇਸ਼ਰ ਵੀ ਉਹਦੀ ਰੱਖਿਆ ਕਰਦਾ ਜਿਹੜਾ ਸਤ ਸੰਗਤ ਦੇ ਵਿੱਚ ਜਾਂਦਾ। ਸਾਧ ਸੰਗ ਦੁਸ਼ਮਣ ਸਭ ਮੀਤ, ਸਾਧ ਸੰਗ ਦੁਸ਼ਮਣ ਸਭ ਮੀਤ, ਜਿਹੜਾ ਮਨੁੱਖ ਸਾਧ ਸੰਗਤ ਦੇ ਵਿੱਚ ਜਾਂਦਾ ਹੈ ਉਦੋਂ ਦੁਸ਼ਮਣ ਵੀ ਆਪਣੇ ਮਿੱਤਰ ਲੱਗਣ ਲੱਗ ਪੈਂਦੇ। ਕਈ ਵਾਰੀ ਹੁੰਦਾ ਨਾ ਮਨੁੱਖ, ਕਈ ਵਾਰੀ ਐਸੇ ਕਿਸੇ ਨਾਲ ਵੈਰ ਹੁੰਦਾ ਹੈ ਕਿ ਮਨੁੱਖ ਸਾਰਾ ਦਿਨ ਉਹਦੇ ਬਾਰੇ ਸੋਚਦਾ ਰਹਿੰਦਾ। ਕੋਈ ਦੁਸ਼ਮਣ ਐਸਾ ਬਣ ਜਾਵੇ ਜਿਹਨੇ ਧੋਖਾ ਕੀਤਾ ਹੋਵੇ ਜਾਂ ਕੁਛ ਵੀ ਕਿਸੇ ਨਾਲ ਕੋਈ ਮਾੜੀ ਅਣਬਣ ਬਣੀ ਹੋਵੇ, ਮਨੁੱਖ ਸਾਰਾ ਦਿਨ ਹੀ ਉਹਦੇ ਬਾਰੇ ਸੋਚਦਾ ਰਹਿੰਦਾ ਕਿ ਉਹਨੂੰ ਨੀਵਾਂ ਕਿਵੇਂ ਦਿਖਾਵਾਂ। ਉਹਦੀ ਫਿਰ ਨਿੰਦਿਆ ਵੀ ਕਰਦਾ ਜੇ 4 ਜਾਣਿਆਂ 'ਚ ਬੈਠਾ ਹੋਵੇ। ਪਰ ਮਹਾਰਾਜ ਕਹਿੰਦੇ ਜਿਹੜਾ ਸਤ ਸੰਗਤ ਕਰਨ ਲੱਗ ਪੈਂਦਾ ਨਾ, ਸਾਧ ਸੰਗ ਦੁਸ਼ਮਣ ਸਭ ਮੀਤ, ਜਿੰਨੇ ਵੀ ਦੁਸ਼ਮਣ ਹੁੰਦੇ ਉਸ ਮਨੁੱਖ ਦੇ ਉਹ ਸਾਰੇ ਉਹਦੇ ਮਿੱਤਰ ਬਣ ਜਾਂਦੇ ਆ। ਉਹਨੂੰ ਇਹ ਲੱਗਣ ਲੱਗ ਪੈਂਦਾ ਯਾਰ ਇਹ ਮੈਂ ਵੀ ਲੜਦਾ ਰਹਿ ਗਿਆ ਇਹਦੇ ਨਾਲ, ਇਹ ਵੀ ਤੇ ਉਸ ਪਰਮੇਸ਼ਰ ਦਾ ਹੀ ਬਣਾਇਆ ਹੋਇਆ ਕਿ ਜੀਵ ਆ, ਤੇ ਮੈਂ ਵੀ ਉਹਦਾ ਹੀ ਬਣਾਇਆ ਹੋਇਆ, ਤੇ ਕਿਉਂ ਐਵੇਂ ਦੁਸ਼ਮਣੀ ਕਰਨੀ। ਫਿਰ ਉਹ ਮਿੱਤਰ ਸਾਰੇ ਉਹਨੂੰ ਮਿੱਤਰ ਹੀ ਭਾਸਦੇ ਆ, ਉਹ ਫਿਰ ਦੁਸ਼ਮਣ ਵੀ ਉਹਨੂੰ ਮਿੱਤਰ ਹੀ ਭਾਸਦੇ ਆ ਜਿਹੜੇ ਮਨੁੱਖ ਸਾਧ ਸੰਗਤ ਕਰਦੇ। ਫਿਰ ਆਪਣਾ ਆਪਾਂ ਤਿਆਗਦਾ ਨਹੀਂ ਹੈ,
ਸਾਧ ਕੈ ਸੰਗ ਮਹਾ ਪੁਨੀਤ। ਫਿਰ ਸਾਧ ਸੰਗਤ ਦੇ ਵਿੱਚ ਆਉਣ ਦੇ ਨਾਲ ਸਾਧੂਆਂ ਦੀ ਸਾਧੂ ਕੈ ਸੰਗ ਮਹਾ ਪੁਨੀਤ। ਵਾਹਿਗੁਰੂ ਸਾਧੂ ਸ਼ਬਦ ਹੈ ਧੱਦੇ ਨੂੰ ਦਿਲੰਕਣ ਲੱਗਾ ਹੋਇਆ, ਇਹ ਥੋੜਾ ਜਿਹਾ ਆਪ ਜੀ ਨੇ ਧਿਆਨ ਰੱਖਣਾ। ਇਹ ਤਾਂ ਮਹਾਰਾਜ ਨੇ ਇਸ ਤਰ੍ਹਾਂ ਸ਼ਬਦ ਵਰਤੇ ਆ ਕਿ ਜਿਹੜਾ ਆ ਬਾਣੀ ਪੜ੍ਹਦਿਆਂ ਮਨ ਹੋਰ ਪਾਸੇ ਨਾ ਜਾਵੇ ਤੇ ਫਿਰ ਉਹ ਇੰਟਰੈਕਟ ਹੋਵੇ, ਧਿਆਨ ਨਾਲ ਮਨੁੱਖ ਬਾਣੀ ਪੜ੍ਹੇ। ਸਾਧ ਕੇ ਸੰਗ ਮਹਾ ਪੁਨੀਤ, ਮਨੁੱਖ ਇੰਨਾ ਪਵਿੱਤਰ ਹੋ ਜਾਂਦਾ ਕਿ ਮਹਾ ਪੁਨੀਤ, ਇੰਨਾ ਪਾਪੀ ਤੋਂ ਮਹਾ ਪੁਨੀਤ ਹੋ ਜਾਂਦਾ, ਪਵਿੱਤਰ ਹੋ ਜਾਂਦਾ ਮਨੁੱਖ ਜਿਹੜਾ ਸਾਧ ਸੰਗਤ ਕਰਦਾ। ਉਹਦਾ ਜੀਵਨ ਕਿੰਨਾ ਵੀ ਡਿੱਗਾ ਹੋਇਆ ਹੋਵੇ, ਕਿੰਨਾ ਵੀ ਉਹ ਮਨੁੱਖ ਮਾੜਾ ਹੋਵੇ, ਉਹ ਸਾਧ ਸੰਗਤ ਦੇ ਵਿੱਚ ਆਉਣ ਦੇ ਨਾਲ ਉਹ ਮਹਾ ਪੁਨੀਤ ਮਹਾ ਪਵਿੱਤਰ ਬਣ ਜਾਂਦਾ। ਸਾਧ ਸੰਗ ਕਿਸ ਸਿਉ ਨਹੀਂ ਬੈਰ। ਸਾਧ ਸੰਗਤ ਦੇ ਵਿੱਚ ਆਉਣ ਦੇ ਨਾਲ ਕਿਸ ਸਿਉ ਨਹੀਂ ਬੈਰ, ਕਿਸੇ ਦੇ ਨਾਲ ਉਹਦਾ ਵੈਰ ਨਹੀਂ ਰਹਿੰਦਾ, ਕਿਸੇ ਵੀ ਮਨੁੱਖ ਦੇ ਨਾਲ ਉਹਦਾ ਵੈਰ ਨਹੀਂ ਰਹਿੰਦਾ ਜਿਹੜਾ ਮਨੁੱਖ ਸਾਧ ਸੰਗਤ ਦੇ ਵਿੱਚ ਆਉਂਦਾ। ਸਾਧ ਸੰਗ ਕਿਸਿਓ ਨਹੀਂ ਵੈਰ, ਕਿਸੇ ਦੇ ਨਾਲ ਉਸ ਮਨੁੱਖ ਦਾ ਵੈਰ ਨਹੀਂ ਪੈਂਦਾ। ਕਹਿੰਦੇ ਇੱਕ ਵਾਰੀ ਆਪਣਾ ਸੁਭਾਅ ਨਹੀਂ ਜਿਹੜਾ ਬਦਲਦਾ ਸਤ ਸੰਗੀ ਜਿਹੜਾ ਸਾਧੂ ਪੁਰਸ਼ ਹੁੰਦਾ। ਇੱਕ ਵਾਰੀ ਕਹਿੰਦੇ ਇੱਕ ਜਿਹੜਾ ਸਾਧੂ ਸੀ ਉਹ ਕਿਸੇ ਨਦੀ ਤੇ ਕਿਸੇ ਝਰਨੇ ਤੇ ਇਸ਼ਨਾਨ ਕਰ ਰਿਹਾ ਸੀ। ਇਸ਼ਨਾਨ ਕਰਦਿਆਂ ਇੱਕ ਬਿੱਛੂ ਜਿਹੜਾ ਸੀ ਉਹ ਪਾਣੀ 'ਚ ਡਿੱਗ ਪਿਆ। ਬਿੱਛੂ ਡਿੱਗਿਆ ਤੇ ਉਹ ਸੰਤ ਨੇ ਵੇਖਿਆ, ਮਹਾਂਪੁਰਸ਼ ਨੇ ਕਹਿੰਦਾ ਕਿ ਪਾਣੀ 'ਚ ਡਿੱਗਿਆ। ਉਹਨੇ ਚੁੱਕਣਾ ਚਾਹਿਆ, ਚੁੱਕ ਕੇ ਇਹਦੇ ਬਾਹਰ ਕੱਢਣ ਲੱਗਾ। ਜਦੋਂ ਚੁੱਕੇ ਤੇ ਉਹ ਡੰਗ ਮਾਰ ਦਿਆ ਕਰੇ। 2-3 ਵਾਰੀ ਉਹਨੇ ਚੁੱਕ ਕੇ ਉਹਨੂੰ ਪਾਣੀ 'ਚ ਬਾਹਰ ਕੱਢਣਾ ਚਾਹਿਆ ਵੀ ਚੱਲ ਇਹਦੀ ਜਾਨ ਬਚ ਜਾਏਗੀ, ਪਾਣੀ 'ਚ ਡਿੱਗ ਪਿਆ ਭੁਲੇਖੇ ਨਾਲ। ਪਰ ਉਹ ਜਿਹੜਾ ਬਿੱਛੂ ਸੀ ਜਦੋਂ ਵੀ ਉਹਨੂੰ ਚੁੱਕਦਾ, ਜਿਹੜਾ ਸਾਧੂ ਸੀ ਉਹ ਉਦੋਂ ਹੀ ਡੰਗ ਮਾਰੇ। ਜਦੋਂ ਚੁੱਕ ਕੇ ਬਾਹਰ ਰੱਖਣ ਲੱਗੇ ਉਦੋਂ ਡੰਗ ਮਾਰੇ, ਹੱਥ 'ਚ ਛੁੱਟ ਜੇ ਤੇ ਫੇਰ ਪਾਣੀ 'ਚ, ਉਹ ਫੇਰ ਚੁੱਕੇ ਫੇਰ ਡੰਗ ਮਾਰੇ, ਫੇਰ ਪਾਣੀ 'ਚ। ਇਸ ਤਰ੍ਹਾਂ 2-3 ਵਾਰੀ ਹੋਇਆ ਤੇ ਉਹ ਜਿਹੜਾ ਸਾਧੂ ਸੀ ਉਹਦਾ ਚੇਲਾ ਬਾਹਰ ਖਲੋਤਾ। ਉਹ ਕਹਿੰਦਾ ਮਹਾਰਾਜ ਤੁਸੀਂ ਕਿਉਂ ਇਹਨੂੰ ਕਰਦੇ ਜੇ, ਇਹਨੇ ਤੇ ਮਰਨਾ ਹੀ ਇਸ ਹਿਸਾਬ ਦੇ ਨਾਲ, ਇਹ ਤੁਹਾਡੇ ਵਾਰ-ਵਾਰ ਡੰਗ ਮਾਰੀ ਜਾਂਦਾ ਹੈ ਤੇ ਤੁਸੀਂ ਇਹਨੂੰ ਤਾਂ ਵੀ ਅਜੇ ਵੀ ਇਹਨੂੰ ਚੁੱਕ ਕੇ ਬਾਹਰ ਕੱਢਣ ਦੀ ਗੱਲਾਂ ਕਰਦੇ। ਕੋਈ ਨਹੀਂ ਡੁੱਬ ਲੈਣ ਤੋਂ ਜਿਹੜਾ ਵਾਰ-ਵਾਰ ਡੰਗ ਹੀ ਮਾਰੀ ਜਾਂਦਾ। ਤੇ ਸਾਧੂ ਕਹਿੰਦਾ ਕਿ ਗੱਲ ਸੁਣ ਮੇਰੀ, ਜੇ ਇਹ ਆਪਣਾ ਸੁਭਾਅ ਨਹੀਂ ਤਿਆਗਦਾ, ਜੇ ਇਹ ਬਿੱਛੂ ਆਪਣਾ ਸੁਭਾਅ ਨਹੀਂ ਤਿਆਗਦਾ, ਇਹਦਾ ਸੁਭਾਅ ਹੈ ਡੰਗ ਮਾਰਨਾ, ਤੇ ਮੇਰਾ ਸੁਭਾਅ ਹੈ ਕਿ ਇਹਨੂੰ ਬਚਾਉਣਾ, ਕਿਉਂਕਿ ਮੈਂ ਸੰਤ ਹਾਂ, ਇੱਕ ਮਹਾਂਪੁਰਸ਼ ਹੈ, ਇੱਕ ਸਾਧੂ ਹਾਂ, ਪਰਮੇਸ਼ਰ ਨੂੰ ਸਿਮਰਨ ਵਾਲਾ, ਤੇ ਮੇਰਾ ਸੁਭਾਅ ਹੈ ਸਾਰਿਆਂ ਦਾ ਭਲਾ ਕਰਨਾ, ਕਿਸੇ ਉਹ ਨਹੀਂ ਬੈਰ, ਤੇ ਮੇਰਾ ਕਿਸੇ ਦੇ ਨਾਲ ਵੈਰ ਨਹੀਂ ਆ। ਮੇਰਾ ਇਹ ਸੁਭਾਅ ਬਣਿਆ ਹੋਇਆ ਕਿ ਮੈਂ ਹਰ ਕਿਸੇ ਦਾ ਭਲਾ ਕਰਨਾ। ਤੇ ਜੇ ਇਹ ਬਿੱਛੂ ਆਪਣਾ ਸੁਭਾਅ ਨਹੀਂ ਛੱਡਦਾ ਡੰਗਣ ਤੋਂ, ਤੇ ਮੈਂ ਆਪਣਾ ਸੁਭਾਅ ਕਿਵੇਂ ਛੱਡਦਾ? ਸੋ ਇਹ ਗੱਲ ਬਣਦੀ ਹੈ ਕਿ ਜਿਹੜਾ ਮਨੁੱਖ ਸਾਧ ਸੰਗਤ ਦੇ ਵਿੱਚ ਜਾਂਦਾ ਹੈ ਨਾ, ਉਹਦਾ ਫਿਰ ਕਿਸੇ ਦੇ ਨਾਲ ਕੋਈ ਵੈਰ ਹੀ ਨਹੀਂ ਰਹਿੰਦਾ, ਕੋਈ ਵੈਰ ਵਿਰੋਧ ਹੀ ਨਹੀਂ ਰਹਿੰਦਾ, ਕੋਈ ਉਹਦਾ ਵੈਰ ਜਿਹੜਾ ਆ ਕਿਸੇ ਦੇ ਨਾਲ ਨਹੀਂ ਰਹਿੰਦਾ ਜਿਹੜਾ ਮਨੁੱਖ ਸਾਧ ਸੰਗਤ ਕਰਨ ਲੱਗ ਪੈਂਦਾ। ਸਾਧ ਕੈ ਸੰਗ ਨਾ ਬੀਕਾ ਪੈਰ। ਸਾਧ ਸੰਗਤ ਕਰਨ ਦੇ ਨਾਲ ਮਨੁੱਖ ਕੁਸੰਗਤ ਵੱਲ ਨੂੰ ਪੈਰ ਨਹੀਂ ਲੈ ਕੇ ਜਾਂਦਾ, ਕੁਸੰਗਤ ਵਾਲੇ ਪਾਸੇ ਨਹੀਂ ਜਾਂਦਾ। ਬੀਗਾ ਪੈਰ, ਦੂਸਰੇ ਪਾਸੇ ਟੇਢਾ ਰਸਤਾ ਜਿਹੜਾ ਹੁੰਦਾ ਨਾ ਕੁਸੰਗਤ ਵਾਲਾ, ਉਹਦੇ ਉਸ ਵਾਲੇ ਪਾਸੇ ਨੂੰ ਉਹ ਆਪਣੇ ਪੈਰ ਨਹੀਂ ਮੋੜਦਾ, ਹਮੇਸ਼ਾ ਸਤ ਸੰਗਤ ਹੀ ਕਰਦਾ ਰਹਿੰਦਾ। ਸਾਧ ਕੈ ਸੰਗ ਨਾਹੀ ਕੋ ਮੰਦਾ, ਸਾਧ ਸੰਗ ਜਾਣੇ ਪਰਮਾਨੰਦਾ। ਸਾਧ ਦੇ ਸੰਗ ਨਾਹੀ ਕੋ ਮੰਦਾ, ਉਹ ਮਨੁੱਖ ਜਿਹੜਾ ਸਾਧੂਆਂ ਦੀ ਸੰਗਤ ਕਰਨ ਲੱਗ ਪੈਂਦਾ, ਨਾਹੀ ਕੋ ਮੰਦਾ, ਉਹ ਕਿਸੇ ਦੇ ਬਾਰੇ ਜਿਹੜਾ ਹੈ ਨਾ ਮੰਦਾ ਚਿਤੋਦਾ ਹੀ ਨਹੀਂ ਮਨ ਦੇ ਵਿੱਚ। ਕੋਈ ਵੀ ਆ ਜਾਏ, ਭਾਵੇਂ ਚੋਰ ਆ ਜਾਏ ਤੇ ਭਾਵੇਂ ਸਾਧ ਆ ਜਾਏ, ਉਹਦੇ ਬਰਾਬਰ ਹੈ ਇੱਕ ਜਿਹੜਾ ਮਨੁੱਖ ਸਾਧੂਆਂ ਦੀ ਸੰਗਤ ਕਰਨ ਲੱਗ ਪੈਂਦਾ, ਜਿਹੜਾ ਸਤ ਸੰਗਤ ਕਰਨ ਲੱਗ ਪੈਂਦਾ, ਉਹਦੇ ਲਈ ਮਾੜਾ ਚੰਗਾ ਇੱਕ ਬਰਾਬਰ ਹੋ ਜਾਂਦੇ ਆ। ਉਹ ਕਿਸੇ ਦੇ ਬਾਰੇ ਮੰਦਾ ਨਹੀਂ ਚਿਤਵਦਾ, ਉਹ ਇਹ ਨਹੀਂ ਸੋਚਦਾ ਕਿ ਇਹ ਚੋਰ ਹੈ, ਇਹ ਸਾਧ ਹੈ, ਇਸ ਤਰ੍ਹਾਂ ਦੀ ਉਹ ਗੱਲ ਸੋਚਦਾ ਹੀ ਨਹੀਂ। ਮੰਦਾ ਚੰਗਾ ਉਹਦੇ ਵਾਸਤੇ ਬਰਾਬਰ ਹੋ ਜਾਂਦਾ। ਸਾਧ ਕੇ ਸੰਗ ਨਾ ਹੀ ਕੋ ਮੰਦਾ, ਕੋਈ ਉਹਨੂੰ ਮੰਦਾ ਨਹੀਂ ਲੱਗਦਾ। ਹਰ ਇੱਕ ਮਨੁੱਖ ਦੇ ਵਿੱਚ ਪਰਮੇਸ਼ਰ ਨੂੰ ਜਾਣਨ ਲੱਗ ਪੈਂਦਾ। ਸਾਧ ਸੰਗ ਜਾਣੇ ਪਰਮਾਨੰਦਾ, ਪਰਮ ਆਨੰਦ ਉਸ ਮਨੁੱਖ ਨੂੰ ਪ੍ਰਾਪਤ ਹੋ ਜਾਂਦਾ ਹੈ ਜਿਹੜਾ ਵਾਹਿਗੁਰੂ ਦੇ ਪਿਆਰਿਆਂ ਦੀ ਸੰਗਤ ਕਰਨ ਲੱਗ ਪੈਂਦਾ, ਜਿਹੜਾ ਸਤ ਸੰਗਤ ਦੇ ਵਿੱਚ ਜਾਣ ਲੱਗ ਪੈਂਦਾ, ਪਰਮ ਆਨੰਦ ਦੀ ਅਵਸਥਾ ਨੂੰ ਪ੍ਰਾਪਤ ਹੋ ਜਾਂਦੀ ਹੈ। ਸਾਧ ਕੇ ਸੰਗ ਨਾਹੀ ਹਉ ਤਾਪ, ਸਾਧ ਕੇ ਸੰਗ ਤਜੈ ਸਭ ਆਪ। ਜਿਹੜਾ ਮਨੁੱਖ ਸਤ ਸੰਗਤ ਕਰਨ ਲੱਗ ਪੈਂਦਾ ਹੈ, ਉਸ ਮਨੁੱਖ ਦੇ ਹਉਮੈ ਦੇ ਤਾਪ, ਹਉਮੈ ਦਾ ਬੁਖਾਰ ਜਿਹੜਾ ਉਹਨੂੰ ਲੱਥ ਜਾਂਦਾ ਹੈ, ਹਉਮੈ ਉਹਦੇ ਅੰਦਰੋਂ ਖਤਮ ਹੋ ਜਾਂਦੀ ਆ, ਹਉਮੈ ਦਾ ਸੰਤਾਪ ਜਿਹੜਾ ਉਹ ਨਹੀਂ ਰਹਿੰਦਾ।
ਸਾਧ ਕੇ ਸੰਗ ਤਜੈ ਸਭ ਆਪ। ਸਾਧ ਸੰਗਤ ਕਰਨ ਦੇ ਨਾਲ ਮਨੁੱਖ ਆਪਾ ਤਜ ਲੈਂਦਾ। ਆਪਾ ਭਾਵ ਉਹਦੇ ਅੰਦਰੋਂ ਮਿਟ ਜਾਂਦਾ। ਜਿਹੜੀ ਹਉਮੈ ਹੈ ਨਾ ਆਪਣੀ, ਕਿ ਮੈਂ ਹਾਂ ਤੇ ਮੈਂ ਹੀ ਹਾਂ ਸਾਰਾ ਕੁਛ, ਉਹ ਖਤਮ ਹੋ ਜਾਂਦੀ ਆ। ਆਪੇ ਜਾਣੈ ਸਾਧ ਵਡਾਈ, ਨਾਨਕ ਸਾਧ ਪ੍ਰਭੂ ਬਨ ਆਏ। ਆਪੇ ਜਾਣੈ ਸਾਧ ਵਡਾਈ, ਸਾਧੂਆਂ ਦੀ ਸੰਗਤ ਦੀ ਮਹਿਮਾ ਪਰਮੇਸ਼ਰ ਹਰੀ ਵਾਹਿਗੁਰੂ ਆਪ ਹੀ ਜਾਣਦਾ ਹੈ। ਆਪੇ ਜਾਣੈ ਸਾਧ ਵਡਾਈ, ਨਾਨਕ ਸਾਧ ਪ੍ਰਭੂ ਬਨ ਆਈ। ਮਹਾਰਾਜ ਕਹਿੰਦੇ ਆ ਕਿ ਨਾਨਕ ਸਾਧ ਪ੍ਰਭੂ ਬਨ ਆਈ, ਕਿ ਹੇ ਨਾਨਕ, ਜਿਹੜੀ ਸਾਧ ਸ੍ਰੇਸ਼ਟ ਜਨਾਂ ਦੀ ਉਹ ਪ੍ਰਭੂ ਹਾਈ ਵਾਹਿਗੁਰੂ ਦੇ ਨਾਲ ਪ੍ਰੀਤੀ ਬਣ ਆਉਂਦੀ ਆ, ਉਹਨਾਂ ਦੇ ਨਾਲ ਉਹਨਾਂ ਦੀ ਬਣੀ ਰਹਿੰਦੀ ਹੈ। ਪ੍ਰਭੂ ਦੇ ਨਾਲ, ਪਰਮੇਸ਼ਰ ਦੇ ਨਾਲ ਉਹਨਾਂ ਦੀ ਬਣੀ ਰਹਿੰਦੀ ਹੈ। ਜਿਹੜੇ ਮਨੁੱਖ ਸਾਧ ਹੁੰਦੇ ਆ, ਜਿਹੜੇ ਸਤ ਸੰਗੀ ਹੁੰਦੇ ਆ, ਉਹ ਪਰਮੇਸ਼ਰ ਤੋਂ ਬਾਹਰੀ ਹੋ ਕੇ ਨਹੀਂ ਚੱਲਦੇ। ਉਹਨਾਂ ਦੀ ਪ੍ਰੀਤ ਪਰਮੇਸ਼ਰ ਨਾਲ ਸਦਾ ਲਈ ਬਣੀ ਰਹਿੰਦੀ ਆ। ਸਾਧ ਕੈ ਸੰਗ ਨਾ ਕਬਹੂ ਧਾਵੈ, ਸਾਧ ਕੈ ਸੰਗ ਸਦਾ ਸੁਖ ਪਾਵੈ। ਮਹਾਰਾਜ ਕਹਿੰਦੇ ਸਾਧ ਕੇ ਸੰਗ ਨਾ ਕਬਹੂ ਧਾਵੈ। ਸਾਧ ਸੰਗੀਆਂ ਦੀ ਸੰਗਤ ਕਰਨ ਦੇ ਨਾਲ ਮਨੁੱਖ ਜਿਹੜਾ ਜੂਨਾਂ ਦੇ ਵਿੱਚ ਨਹੀਂ ਦੌੜਦਾ। ਕਬਹੂ ਧਾਵੈ, ਕਦੇ ਵੀ ਜੂਨਾਂ ਦੇ ਵਿੱਚ ਨਹੀਂ ਪੈਂਦਾ, ਕਿਤੇ ਨਹੀਂ ਉਹ ਜਾਂਦਾ, ਸਦਾ ਹੀ ਮੁਕਤ ਰਹਿੰਦਾ ਹੈ ਜਿਹੜਾ ਸਾਧ ਸੰਗਤ ਕਰਦਾ। ਸਾਧ ਕੇ ਸੰਗ ਸਦਾ ਸੁਖ ਪਾਵੇ। ਫਿਰ ਸਦੀਵੀ ਤੌਰ ਤੇ ਸੁੱਖ ਉਸ ਮਨੁੱਖ ਨੂੰ ਪ੍ਰਾਪਤ ਹੋ ਜਾਂਦੇ ਆ ਜਿਹੜਾ ਸਾਧ ਸੰਗਤ ਕਰਦਾ ਹੈ। ਸਾਧ ਕੇ ਸੰਗ ਸਦਾ ਸੁਖ ਪਾਵੇ, ਸਦੀਵੀ ਸੁੱਖ, ਆਤਮਿਕ ਸੁੱਖ ਨੂੰ ਮਿਲ ਜਾਂਦਾ। ਸਾਧ ਸੰਗ ਬਸਤ ਅਗੋਚਰ ਲਹੈ, ਸਾਧ ਕੇ ਸੰਗ ਅਜਰ ਸਹੈ। ਸਤ ਸੰਗਤ ਕਰਨ ਦੇ ਨਾਲ, ਸਾਧੂਆਂ ਦੀ ਸੰਗਤ ਕਰਨ ਦੇ ਨਾਲ ਅਗੋਚਰ ਵਸਤੂ ਪਰਮੇਸ਼ਰ ਜੋ ਇੰਦਰੀਆਂ ਦੇ ਵਿਸ਼ਿਆਂ ਤੋਂ ਪਰੇ ਹੈ, ਸਤ ਚਿਤ ਆਨੰਦ ਸਰੂਪ ਪਰਮੇਸ਼ਰ ਜੋ ਹੈ, ਉਹ ਸਾਧ ਸੰਗ ਬਸਤ ਅਗੋਚਰ ਲੈ, ਉਹ ਜਿਹੜੀ ਵਸਤੂ ਆ ਨਾ ਉਹ ਪਾ ਲੈਂਦਾ। ਆਨੰਦ ਸਰੂਪ ਪਰਮਾਤਮਾ ਰੂਪੀ ਜਿਹੜੀ ਵਸਤੂ ਹੈ, ਸਾਧ ਸੰਗ ਬਸਤ ਅਗੋਚਰ ਲੈ। ਨਾਮ ਰੂਪੀ ਜਿਹੜੀ ਸੰਗਤ ਵਿੱਚ ਆਉਣ ਦੇ ਨਾਲ ਨਾ ਰੂਪੀ ਵਸਤੂ ਜਿਹੜੀ ਹੈ ਨਾ, ਅਗੋਚਰ ਵਸਤੂ, ਉਹ ਉਹਨੂੰ ਪ੍ਰਾਪਤ ਹੋ ਜਾਂਦੀ ਹੈ। ਸਾਧ ਕੇ ਸੰਗ ਅਜਰ ਸਹੈ। ਅਜਰ ਵਸਤੂ ਕੀ ਹੈ? ਪਰਮੇਸ਼ਰ ਦਾ ਨਾਮ ਜਿਹੜਾ ਅਜਰ ਹੈ, ਉਹਨੂੰ ਜਰ ਲੈਂਦਾ, ਉਹਨੂੰ ਸਹਿਣਾ ਸਿੱਖ ਲੈਂਦਾ, ਉਹਨੂੰ ਆਪਣੇ ਹਿਰਦੇ 'ਚ ਟਿਕਾਉਣਾ ਸਿੱਖ ਲੈਂਦਾ ਪਰਮੇਸ਼ਰ ਦੇ ਨਾਮ। ਸਾਧੂ ਕੈ ਸੰਗ ਅਜਰ ਸਹੈ। ਅਜਰ ਦਾ ਅਰਥ 5 ਵਿਕਾਰ ਵੀ ਹੁੰਦੇ ਆ। 5 ਵਿਕਾਰਾਂ ਨੂੰ ਜਰਨਾ ਸਿੱਖ ਲੈਂਦਾ ਹੈ, ਉਹਨਾਂ ਦੇ ਉੱਤੇ ਆਪਣਾ ਕੰਟਰੋਲ ਕਰਨਾ ਸਿੱਖ ਲੈਂਦਾ ਹੈ ਜਿਹੜਾ ਮਨੁੱਖ ਸਾਧੂਆਂ ਦੀ ਸੰਗਤ ਕਰਦਾ। ਸਾਧੂ ਕੈ ਸੰਗ ਅਜਰ ਸਹੈ। ਸਾਧ ਕੇ ਸੰਗ ਬਸੈ ਥਾਨ ਉੱਚੈ। ਸਾਧ ਸੰਗਤ ਦੇ ਵਿੱਚ ਆਉਣ ਦੇ ਨਾਲ ਮਨੁੱਖ ਉੱਚੀ ਥਾਂ, ਉੱਚੀ ਪਦਵੀ ਪ੍ਰਾਪਤ ਕਰ ਲੈਂਦਾ ਹੈ, ਤੁਰੀਆ ਅਵਸਥਾ ਪ੍ਰਾਪਤ ਕਰ ਲੈਂਦਾ ਹੈ। ਉਸ ਅਵਸਥਾ ਦੇ ਉੱਤੇ ਉਹਦੀ ਪਹੁੰਚ ਹੋ ਜਾਂਦੀ ਹੈ ਜਿੱਥੇ ਕੋਈ ਆਮ ਮਨੁੱਖ ਨਹੀਂ ਪਹੁੰਚ ਸਕਦਾ। ਇੰਨੀ ਉੱਚੀ ਪਦਵੀ ਉਹਨੂੰ ਮਿਲ ਜਾਂਦੀ ਹੈ। ਸਾਧ ਕੇ ਸੰਗ ਬਸੈ ਥਾਨ ਉੱਚੈ, ਉੱਚਾ ਥਾਨ ਉਹਨੂੰ ਮਿਲਦਾ ਹੈ। ਸਾਧੂ ਕੈ ਸੰਗ ਮਹਿਲ ਪਹੁੰਚੈ। ਸਾਧ ਸੰਗਤ ਕਰਨ ਦੇ ਨਾਲ ਮਨੁੱਖ ਜਿਹੜਾ ਹੈ ਉਹ ਮਹਿਲ ਪਹੁੰਚੇ, ਭਾਵ ਉਹ ਆਪਣੇ ਸਰੂਪ ਨੂੰ ਪਛਾਣ ਲੈਂਦਾ, ਆਪਣੇ ਅੰਦਰ ਦੇ ਮਹਿਲ ਨੂੰ ਪਛਾਣ ਲੈਂਦਾ ਹੈ। ਭਾਵ ਜਿਹੜਾ ਸੱਤ ਮਹਿਲ ਹੈ, ਸੱਤ ਸਰੂਪ ਹੈ ਨਾ, ਉੱਥੇ ਪਹੁੰਚ ਹੋ ਜਾਂਦੀ ਹੈ ਉਹਦੀ। ਸਾਧੂ ਕੈ ਸੰਗ ਮਹਿਲ ਪਹੁੰਚੇ। ਆਪੇ ਦਾ ਗਿਆਨ ਉਹਨੂੰ ਹੋ ਜਾਂਦਾ ਹੈ ਕਿ ਮੇਰਾ ਅਸਤਿਤਵ ਕੀ ਹੈ, ਮੈਂ ਕੀ ਹਾਂ, ਮੈਂ ਅੰਦਰੋਂ ਕੀ ਹਾਂ ਤੇ ਮੈਂ ਬਾਹਰੋਂ ਕੀ ਬਣ ਕੇ ਵਿਖਾ ਰਿਹਾ, ਉਹ ਸਾਰਾ ਕੁਝ ਗਿਆਨ ਉਹਨੂੰ ਹੋ ਜਾਂਦਾ। ਸਾਧ ਕੇ ਸੰਗ ਦ੍ਰਿੜੈ ਸਭ ਧਰਮ। ਸਾਧ ਕੇ ਸੰਗ ਕੇਵਲ ਪਾਰ ਬ੍ਰਹਮ। ਪਰਮੇਸ਼ਰ ਦੀ ਸੰਗਤ ਕਰਨ ਦੇ ਨਾਲ ਦ੍ਰਿੜੈ ਸਭ ਧਰਮ, ਸਾਰਿਆਂ ਧਰਮਾਂ ਦੇ ਵਿੱਚ ਹਰੀ ਨੂੰ ਦ੍ਰਿੜ ਭਾਵ ਸਮਝ ਲੈਂਦਾ ਹੈ ਕਿ ਪਰਮੇਸ਼ਰ ਹੀ ਹੈ ਹਰ ਪਾਸੇ, ਸਾਰਿਆਂ ਧਰਮਾਂ ਦੇ ਵਿੱਚ, ਹਰ ਜਗ੍ਹਾ ਦੇ ਉੱਤੇ, ਹਰ ਵਸਤੂ ਦੇ ਵਿੱਚ, ਹਰ ਧਰਮ ਦੇ ਵਿੱਚ ਪਰਮੇਸ਼ਰ ਹੀ ਹੈ। ਸਾਧ ਕੇ ਸੰਗ ਦ੍ਰਿੜੈ ਸਭ ਧਰਮ। ਸਾਰੇ ਧਰਮ ਦ੍ਰਿੜ ਹੋ ਜਾਂਦੇ ਆ, ਕਿਉਂਕਿ ਸਾਰੇ ਧਰਮਾਂ ਦਾ ਵਿਸਥਾਰ ਕੀ ਹੈ? ਮੁਕਤੀ। ਸਾਰਿਆਂ ਧਰਮਾਂ ਦੇ ਗੱਲ ਵਿੱਚ ਗੱਲ ਕੀ ਕੀਤੀ ਗਈ ਹੈ? ਪਰਮੇਸ਼ਰ ਨੂੰ ਪਾਉਣ ਦੀ। ਇਸੇ ਕਰਕੇ ਕਹਿੰਦੇ ਆ ਕਿ ਜਿਹੜਾ ਮਨੁੱਖ ਸਾਧ ਸੰਗਤ ਕਰਦਾ ਹੈ, ਜਿਹੜਾ ਮਨੁੱਖ ਸਤ ਸੰਗਤ ਕਰਦਾ ਹੈ, ਉਹ ਮਨੁੱਖ ਸਾਰੇ ਧਰਮਾਂ ਨੂੰ ਦ੍ਰਿੜ ਕਰ ਲੈਂਦਾ, ਸਮਝ ਜਾਂਦਾ ਹੈ ਕਿ ਅਸਲ ਧਰਮ ਕੀ ਹੈ, ਮੇਰਾ ਅਸਲ ਰਸਤਾ ਕੀ ਹੈ, ਉਹਨੂੰ ਪਤਾ ਲੱਗ ਜਾਂਦਾ ਹੈ ਕਿ ਮੇਰਾ ਕੀ ਕਰਮ ਹੈ, ਮੈਂ ਕੀ ਕਰਨਾ ਹੈ, ਉਹ ਦ੍ਰਿੜ ਕਰ ਲੈਂਦਾ ਹੈ, ਸਮਝ ਲੈਂਦਾ ਹੈ। ਸਾਧ ਕੇ ਸੰਗ ਕੇਵਲ ਬਾਰ ਬ੍ਰਹਮ। ਫਿਰ ਉਹ ਹੋਰ ਪਾਸੇ ਨਹੀਂ, ਕਰਮ ਕਾਂਡਾਂ ਵਾਲੇ ਪਾਸੇ ਨਹੀਂ ਭੱਜਦਾ। ਇਹ ਨਹੀਂ ਕਿ ਕਿਸੇ ਧਰਮ 'ਚ ਕੋਈ ਕਰਮ ਲਿਖਿਆ ਹੁੰਦਾ ਚੰਗਾ, ਕੋਈ ਮਾੜਾ ਲਿਖਿਆ ਹੁੰਦਾ, ਫਿਰ ਉਹਨਾਂ ਕਰਮਾਂ ਵੱਲ ਨਹੀਂ ਜਾਂਦਾ। ਉਹ ਕੇਵਲ ਪਾਰ ਬ੍ਰਹਮ ਨੂੰ ਹੀ, ਸਾਧ ਕੇ ਸੰਗ ਕੇਵਲ ਪਾਰ ਬ੍ਰਹਮ, ਕੇਵਲ ਪਾਰ ਬ੍ਰਹਮ ਨੂੰ ਹੀ ਉਹ
ਆਪਣਾ ਸਮਝਦਾ ਹੈ, ਕੇਵਲ ਪਾਰ ਬ੍ਰਹਮ ਨੂੰ ਹੀ ਸਿਮਰਦਾ ਹੈ, ਹੋਰ ਕਿਸੇ ਧਰਮ ਕਰਮ ਦੇ ਵਿੱਚ ਉਹ ਨਹੀਂ ਪੈਂਦਾ। ਸਾਧ ਕੇ ਸੰਗ ਦ੍ਰਿੜੈ ਸਭ ਧਰਮ, ਸਾਰੇ ਤਰ੍ਹਾਂ ਦੇ ਫਰਜ਼, ਸਾਰੇ ਤਰ੍ਹਾਂ ਦੇ ਧਰਮ ਉਸ ਮਨੁੱਖ ਨੂੰ ਦ੍ਰਿੜ ਹੋ ਜਾਂਦੇ ਆ, ਤੇ ਫਿਰ ਉਹ ਸਿਰਫ ਤੇ ਸਿਰਫ ਪਰਮੇਸ਼ਰ ਅਕਾਲ ਪੁਰਖ ਨੂੰ, ਪਾਰ ਬ੍ਰਹਮ ਨੂੰ ਹੀ ਸਿਮਰਦਾ ਹੈ। ਸਾਧ ਕੈ ਸੰਗ ਪਾਏ ਨਾਮ ਨਿਧਾਨ, ਨਾਨਕ ਸਾਧੂ ਕੈ ਕੁਰਬਾਨ। ਸਾਧ ਕੇ ਸੰਗ ਪਾਏ ਨਾਮ ਨਿਧਾਨ, ਨਾਮ ਰੂਪੀ ਖਜ਼ਾਨਾ ਜਿਹੜਾ ਹੈ ਉਹਨੂੰ ਪ੍ਰਾਪਤ ਹੋ ਜਾਂਦਾ ਜਿਹੜਾ ਮਨੁੱਖ ਸਾਧ ਸੰਗਤ ਕਰਦਾ ਹੈ। ਸਾਧ ਕੇ ਸੰਗ ਪਾਏ ਨਾਮ ਨਿਧਾਨ, ਨਾਨਕ ਸਾਧੂ ਕੈ ਕੁਰਬਾਨ। ਕਹਿੰਦੇ ਸਤਿਗੁਰ ਕਹਿੰਦੇ ਕਿ ਮੈਂ ਉਸ ਸਾਧੂ ਤੋਂ, ਉਸ ਸਤ ਸੰਗੀ ਤੋਂ, ਉਸ ਪਿਆਰੇ ਤੋਂ, ਉਸ ਗੁਰਮੁਖ ਤੋਂ ਜਿਹੜਾ ਪਰਮੇਸ਼ਰ ਦਾ ਨਾਮ ਸਿਮਰਦਾ ਹੈ, ਮੈਂ ਉਹਦੇ ਤੋਂ ਬਲਿਹਾਰ ਨਹੀਂ ਜਾਂਦਾ। ਉਹ ਤੋਂ ਸਦਕੇ ਜਾਈਏ ਜਿਹੜਾ ਪਰਮੇਸ਼ਰ ਨੂੰ ਸਿਮਰਦਾ, ਜਿਹੜਾ ਸਤ ਸੰਗਤ ਕਰਦਾ, ਜਿਹੜਾ ਸਾਧੂਆਂ ਦੀ ਸੰਗਤ ਕਰਕੇ ਆਪ ਵੀ ਸਾਧੂ ਹੋ ਗਿਆ, ਉਹਦੇ ਤੋਂ ਕੁਰਬਾਨ ਜਾਣਾ ਚਾਹੀਦਾ। ਸੋ ਸਾਧ ਸੰਗਤ ਸਤਿਗੁਰਾਂ ਨੇ ਇਹ ਬਖਸ਼ਿਸ਼ ਕੀਤੀ ਹੈ। ਇਸ 7ਵੀਂ ਪੌੜੀ ਦੇ ਆਪਾਂ 4 ਪਦੇ ਵਿਚਾਰੇ ਆ, 7ਵੀਂ ਅਸ਼ਟਪਦੀ ਦੇ। ਸੋ ਸਤਿਗੁਰਾਂ ਨੇ ਇਹਦੇ ਵਿੱਚ ਸੰਗਤ ਦੀ ਮਹਿਮਾ ਬਖਸ਼ਿਸ਼ ਕੀਤੀ ਹੈ ਕਿ ਜੋ ਮਨੁੱਖ ਹੈ ਉਹਨੂੰ ਸਤ ਸੰਗਤ ਕਰਨੀ ਬੜੀ ਜ਼ਰੂਰੀ ਹੈ, ਕਿਉਂਕਿ ਸੰਗਤ ਕਰਨ ਦੇ ਨਾਲ ਹੀ ਅੰਦਰ ਜਿਹੜੇ ਵਿਕਾਰ ਹੈ ਉਹ ਖਤਮ ਹੁੰਦੇ ਜਦੋਂ ਅਸੀਂ ਵਾਰ-ਵਾਰ ਸੰਗਤ ਕਰਦੇ। ਪਰ ਇਹ ਸੌਖੀ ਨਹੀਂ ਮਿਲਦੀ, ਇਹ ਸੰਗਤ ਸੌਖੀ ਨਹੀਂ ਮਿਲਦੀ। ਜੇ ਦੇਖਿਆ ਜਾਵੇ ਸੰਗਤ ਕਿਉਂ ਨਹੀਂ ਸੌਖੀ ਮਿਲਦੀ, ਹੁਣ ਆਪਾਂ ਵੀ ਤੇ ਸੰਗਤ ਹੀ ਕਰ ਰਹੇ ਹਾਂ, ਤੇ ਪਰ ਦੇਖੋ ਜਿਨ੍ਹਾਂ ਦੇ ਭਾਗਾਂ ਵਿੱਚ ਹੈ ਤੇ ਉਹ ਜੁੜੇ ਆ, ਤੇ ਜਿਨ੍ਹਾਂ ਦੇ ਭਾਗਾਂ ਦੇ ਵਿੱਚ ਨਹੀਂ ਆ ਤੇ ਉਹ ਭਾਵੇਂ ਇਸ ਵੇਲੇ ਫੇਸਬੁੱਕ ਹੀ ਚਲਾਉਂਦੇ ਹੋਣ, ਭਾਵੇਂ ਵਟਸਐਪ ਵੀ ਚਲਾਉਂਦੇ ਹੋਣ, ਉਹ ਤੇ ਉਹਨਾਂ ਦੀ ਮਰਜ਼ੀ ਹੈ। ਇਹਦੇ ਕਰਮਾਂ ਦੇ ਨਾਲ, ਭਾਗਾਂ ਦੇ ਨਾਲ ਹੀ ਸੰਗਤ ਮਿਲਦੀ ਹੈ ਨਾ। ਮੈਸੇਜ ਤੇ ਸਭ ਨੂੰ ਪਹੁੰਚਦਾ ਹੈ, ਪਰ ਇਹ ਸੰਗਤ ਪ੍ਰਾਪਤ ਸਾਧ ਸੰਗ ਜਿਹੜੇ ਆ ਨਾ, ਵਡਭਾਗੀਆਂ ਨੂੰ ਇਹ ਸੰਗਤ ਪ੍ਰਾਪਤ ਹੁੰਦੀ। ਵਡਭਾਗੀ ਸਤ ਸੰਗਤ ਪਾਵੈ, ਭਾਗਹੀਨ ਭ੍ਰਮ ਚੋਟਾ ਖਾਵੈ। ਭਾਗਾਂ ਤੋਂ ਬਿਨਾਂ ਸਤ ਸੰਗਤ ਨਹੀਂ ਮਿਲਦੀ। ਇਸ ਕਰਕੇ ਮਹਾਰਾਜ ਨੇ ਅੱਜ ਇਹ ਬਖਸ਼ਿਸ਼ ਕੀਤੀ ਆ ਕਿ ਭਾਈ ਸਤ ਸੰਗਤ ਕਰੋ। ਸਤ ਸੰਗਤ ਦਾ ਬੜਾ ਵੱਡਾ ਫਲ ਹੈ। 4 ਅਸ਼ਟਪਦੀਆਂ, 4 ਪਦੇ ਹੋਰ ਹਨ, ਉਹਨਾਂ ਦੇ ਵਿੱਚ ਵੀ ਸਤਿਗੁਰੂ ਸੰਗਤ ਦੀ ਹੀ ਮਹਾਨਤਾ ਦ੍ਰਿੜ ਕਰਵਾਉਣਗੇ। ਸੋ ਇੰਨੀਆਂ ਕੁ ਬੇਨਤੀਆਂ ਆਪ ਜੀ ਨੇ ਪ੍ਰਵਾਨ ਕਰਨੀਆਂ। ਇੱਕ ਹੋਰ ਬੇਨਤੀ ਹੈ ਕਿ ਕੁਝ ਦਿਨਾਂ ਦੇ ਵਿੱਚ ਹੀ ਆਪਾਂ ਜੋ ਕਲਾਸਾਂ ਚੱਲ ਰਹੀਆਂ ਉਹਨਾਂ ਦੇ ਬਾਰੇ ਸਵਾਲ ਜਵਾਬ ਵੀ, ਕਿਉਂਕਿ ਆਪਾਂ ਨੂੰ ਯਾਦ ਰਵੇ ਕਿ ਆਪਾਂ ਕਰਦੇ ਕੀ ਪਏ ਆ, ਪੜ੍ਹਦੇ ਕੀ ਪਏ ਆ, ਉਹਨਾਂ ਦੇ ਬਾਰੇ ਆਪਾਂ ਥੋੜ੍ਹੇ ਜਿਹੇ ਛੋਟੇ ਸਵਾਲ ਜਵਾਬ ਵੀ ਕਰਨੇ ਸ਼ੁਰੂ ਕਰਾਂਗੇ। ਸੋਚ ਰਹੇ ਹਾਂ ਫਿਲਹਾਲ ਕਿ ਕੀ ਤਰੀਕਾ ਅਪਣਾਇਆ ਜਾਵੇ, ਕਿਵੇਂ ਇਹ ਸਵਾਲ ਹੋਇਆ ਕਰਨ, ਤੇ ਉਹਦੇ ਬਾਰੇ ਆਪਾਂ ਵਿਚਾਰ ਕਰਕੇ ਤੇ ਫਿਰ ਤੁਹਾਨੂੰ ਦੱਸ ਦਿੱਤਾ ਜਾਵੇਗਾ। ਤੇ ਇੰਨੀਆਂ ਕਿ ਬੇਨਤੀਆਂ ਆਪ ਜੀ ਨੇ ਪ੍ਰਵਾਨ ਕਰਨੀਆਂ। ਜੇ ਕੋਈ ਸਵਾਲ ਹੈ ਤੇ ਆਪ ਜੀ ਆਪਣਾ ਮਾਈਕ ਔਨ ਕਰਕੇ ਪੁੱਛ ਸਕਦੇ ਹੋ, ਫਿਰ ਆਪਾਂ ਸਮਾਪਤੀ ਕਰੀਏ। ਹਾਂਜੀ ਵਾਹਿਗੁਰੂ। ਵਾਹਿਗੁਰੂ। ਠੀਕ ਹੈ ਵਾਹਿਗੁਰੂ ਜੀ, ਆਪ ਸਭ ਸੰਗਤ ਦਾ ਬਹੁਤ ਬਹੁਤ ਧੰਨਵਾਦ। ਇਸੇ ਤਰ੍ਹਾਂ ਆਪ ਜੀ ਨੇ ਜੁੜਦੇ ਰਹਿਣਾ। ਬੁਲਾਓ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।